गुरु गोबिंद सिंह जी महाराज ने जफरनामे च उचरिया है। वो कहते चुकारज हमा हीलते दरगुजश्त हलालस्त बुरदन व शमशीर दस्त। जदों सारे रस्ते बंद हो गए, कोई राह नहीं टकरिया, तो मैं मजबूर होके ये तेग हत्थ दे विच फड़ी है। ये पर्शियन च है, जफरनामे च गुरु साहब ने उचरिया है और बादशाह औरंगजेब आलमगीर नूं कहा है, ते फारसी च है। शाहां दे बादशाहां दे राजा महाराजां दे दरबारां च जिहड़ी प्रचलित सी वो पर्शियन सी। पर महाराजा रणजीत सिंह दी भी सरकारी जुबान पर्शियन सी। गुरु गोबिंद सिंह जी महाराज पर्शियन दे बहुत वड्डे विद्वान सी। उन्हां दे जिहड़े 52 कवि बने जाते हैं, ਉਹਦੇ 'ਚ पर्शियन ਦੇ ਵੱਡੇ ਵੱਡੇ ਕਵੀ ਔਰ ਵਿਦਵਾਨ ਮੌਜੂਦ ਸੀ। ਕਿ ਜਿਹੜੇ ਪੁਰਾਣੇ ਮੁਸਲਮਾਨ ਸੀ, ਜਦੋਂ ਅਨੁਵਾਦ ਹੁੰਦਾ ਸੀ ਅਰਬਿਕ ਭਾਸ਼ਾ ਦਾ ਜਾਂ ਉਰਦੂ ਦਾ ਹੁੰਦਾ ਸੀ, ਕਿ ਉਹ ਸ਼ਾਹਮੁਖੀ ਦਾ ਵੀ ਨਾਲ ਅਨੁਵਾਦ ਕਰਦੇ ਸੀ, ਜੋ ਪੰਜਾਬੀ ਦੇ ਵਿੱਚ ਲੋਕਾਂ ਨੂੰ ਪਤਾ ਲੱਗ ਸਕੇ। ਉਸ ਕਾਲ 'ਚ ਵੀਰ ਜੀ ਪੰਜਾਬੀ ਅਨੁਵਾਦ ਦਾ ਮਤਲਬ ਹੀ ਸ਼ਾਹਮੁਖੀ ਅਨੁਵਾਦ ਸੀ। ਜਿਹੜੀ ਗੁਰਮੁਖੀ ਲਿਪੀ ਹੈ ਇਹ ਘੱਟ ਪ੍ਰਚਲਿਤ ਸੀ। ਗੁਰਦੁਆਰਿਆਂ 'ਚ, ਧਰਮ ਸਥਾਨਾਂ 'ਚ ਜਾਂ ਕਿਸੇ ਪਾਠਸ਼ਾਲਾ 'ਚ ਬਹੁਤ ਘੱਟ ਪ੍ਰਚਲਿਤ ਸੀ। ਸਾਰਾ ਪੰਜਾਬ ਸ਼ਾਹਮੁਖੀ 'ਚ ਹੀ ਲਿਖਦਾ ਸੀ। ਜਿੰਨੀ ਸ਼ਾਹਾਂ ਦੀ ਉਚਰੀ ਭਾਸ਼ਾ ਹੈ, ਕਿੱਸਾ ਕਾਵ ਹੈ, ਸੂਫੀ ਕਾਵ ਹੈ, ਇਤਿਹਾਸਕ ਚੀਜ਼ਾਂ ਹਨ, ਉਹ ਸਾਰੀਆਂ ਸ਼ਾਹਮੁਖੀ 'ਚ ਹਨ। ਇੱਥੇ ਤੱਕ ਵਿਦਵਾਨ ਇਹ ਵੀ ਮੰਨਦੇ ਹਨ, ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਇਸ ਗੱਦੀ 'ਚ ਹਾਜ਼ਰ ਹੋਏ ਸੀ, ਸ਼ਾਇਦ ਚੌਥੀ ਪੰਜਵੀਂ ਪੀੜ੍ਹੀ ਸੀ ਬਾਬਾ ਸ਼ੇਖ ਫਰੀਦ ਦੀ, ਉਹ ਫਰੀਦ ਸਾਨੀ ਨੇ ਜਿਹੜੇ ਸ਼ਲੋਕ ਉਸ ਵੇਲੇ ਇਨਾਇਤ ਕੀਤੇ ਸੀ ਗੁਰੂ ਮਹਾਰਾਜ ਨੂੰ, ਪਹਿਲੀ ਪਾਤਸ਼ਾਹੀ ਨੂੰ, ਉਹ ਵੀ ਸ਼ਾਹਮੁਖੀ 'ਚ ਸੀ। ਸ਼ਾਹਮੁਖੀ ਦਾ ਮਤਲਬ ਹੈ ਪੰਜਾਬੀ, ਪੰਜਾਬੀ ਦਾ ਮਤਲਬ ਸੀ ਸ਼ਾਹਮੁਖੀ। ਇਹ ਤਾਂ ਹੁਣ 20ਵੀਂ ਸਦੀ ਦੇ ਵਿੱਚ ਸ਼ਾਹਮੁਖੀ ਦੇ ਨਾਲ ਨਾਲ ਗੁਰਮੁਖੀ ਲਿਪੀ ਪ੍ਰਚਲਿਤ ਹੋਈ। ਆਜ਼ਾਦੀ ਤੋਂ ਬਾਅਦ ਫਿਰ ਸਾਡੇ ਪੰਜਾਬ ਨੇ ਸੰਨ 67 'ਚ ਆਪਣੇ ਲਛਮਣ ਸਿੰਘ ਗਿੱਲ ਦੇ ਦੌਰ 'ਚ ਪੰਜਾਬੀ ਜ਼ੁਬਾਨ ਨੂੰ ਬਾਕਾਇਦਾ ਪੰਜਾਬ ਦੀ ਸਰਕਾਰੀ ਜ਼ੁਬਾਨ ਬਣਾਇਆ। ਫਿਰ ਗੁਰਮੁਖੀ ਜਿਹੜੀ ਲਿਪੀ ਹੈ ਪ੍ਰਚਲਿਤ ਹੋ ਗਈ, ਕੋਈ ਠਿਕਾਣਾ ਹੀ ਨਹੀਂ। ਹੁਣ ਸਾਡਾ ਬੱਚਾ ਸਾਡਾ ਘਰ ਘਰ ਗੁਰਮੁਖੀ ਲਿਪੀ ਲਿਖ ਰਿਹਾ ਹੈ। ਲੇਕਿਨ ਜਿਹੜਾ ਲਹਿੰਦੇ ਉਹ ਪਾਰਲਾ ਪੰਜਾਬ ਹੈ, ਉਹ ਗੁਰਮੁਖੀ ਲਿਪੀ ਬਹੁਤ ਘੱਟ ਜਾਣਦਾ, 1% ਵੀ ਨਹੀਂ ਜਾਣਦਾ। ਉਹ ਸਾਰਾ ਲਾਬਾਡਿਓ ਸ਼ਾਹਮੁਖੀ ਲਿਪੀ ਲਿਖਦਾ ਹੈ। ਕਿ ਕਿੰਨੀਆਂ ਭਾਸ਼ਾਵਾਂ ਦਾ ਤੁਹਾਨੂੰ ਗਿਆਨ ਹੈ ਜੇ ਭਾਸ਼ਾ ਦੀ ਗੱਲ ਕਰ ਲਈਏ? ਵਿਜੇ ਜੀ ਮੂਲ ਰੂਪ ਵਿੱਚ ਮੈਂ ਪੰਜਾਬੀ ਹਾਂ। ਮੈਨੂੰ ਥੋੜ੍ਹੀ ਬਹੁਤ ਕੋਈ ਦੂਜੀਆਂ ਭਾਸ਼ਾਵਾਂ ਆਉਂਦੀਆਂ ਹਨ, ਮੈਂ ਉਹਨਾਂ ਨੂੰ ਕੋਈ ਇੰਨਾ ਉਹ ਨਹੀਂ ਕਰਦਾ। ਮੈਂ ਪੰਜਾਬੀ ਹਾਂ, ਪੰਜਾਬੀ ਬੋਲੀ ਹੈ, ਪੰਜਾਬੀ ਪਹਿਰਾਵਾ ਹੈ, ਪੰਜਾਬੀ ਰਹਿਣੀ ਬਹਿਣੀ ਹੈ, ਪੰਜਾਬੀ ਮੁਹਾਵਰਾ ਹੈ ਔਰ ਪੰਜਾਬੀ ਮਾਂ ਦਾ ਹੀ ਦੁੱਧ ਚੁੰਘਿਆ ਹੈ, ਪੰਜਾਬੀ ਗੁਰਤੀ ਮਿਲੀ ਹੈ। ਮੈਂ ਤਾਂ ਬੇਸਿਕਲੀ ਪੰਜਾਬੀ ਹਾਂ, ਮੈਂ ਭਾਈ ਸਾਹਿਬ ਹੋਰ ਕੁਝ ਨਹੀਂ ਹਾਂ, ਪੰਜਾਬੀ ਮੁਸਲਮਾਨ ਹਾਂ। ਤੁਸੀਂ ਟੀਚਰ ਹੋ, ਰਿਟਾਇਰਡ ਹੋ, ਕੀ ਪੜ੍ਹਾਉਂਦੇ ਸੀ ਬੱਚਿਆਂ ਨੂੰ? ਤੁਸੀਂ ਕਿਹੜੀ ਭਾਸ਼ਾ ਪੜ੍ਹਾਉਂਦੇ ਸੀ? ਮੈਂ ਹਜ਼ੂਰ ਮੂਲ ਰੂਪ ਵਿੱਚ ਪੰਜਾਬੀ ਅਧਿਆਪਕ ਸੀ। ਮੈਂ ਐਲੀਮੈਂਟਰੀ ਟੀਚਰ ਸੀ। ਮੈਂ 8ਵੀਂ ਜਮਾਤ ਤੱਕ ਪੰਜਾਬੀ ਪੜ੍ਹਾਉਣ ਲਈ ਆਥੋਰਾਈਜ਼ ਸੀ। ਲੇਕਿਨ ਮੇਰੇ ਚੰਗੇ ਭਾਗ ਮੈਂ 9ਵੀਂ ਤੇ 10ਵੀਂ ਤੱਕ ਯਾਨੀ ਹਾਈ ਕਲਾਸ 'ਚ ਵੀ ਪੜ੍ਹਾਈ ਪੰਜਾਬੀ। ਹੁਣ ਮੈਂ ਜਿਵੇਂ ਜ਼ਿਕਰ ਕਰ ਰਿਹਾ ਸੀ ਵੀ ਸ਼ਾਇਦ ਬਹੁਤ ਔਖਾ, ਮੇਰੇ ਲਈ ਵੀ ਬਹੁਤ ਔਖਾ ਪੜ੍ਹਨਾ ਇਹਨੂੰ, ਵੀ ਕਿਹੜੀ ਭਾਸ਼ਾਵਾਂ ਲਿਖੀਆਂ ਹੋਈਆਂ ਨੇ। ਅੱਜ ਕੱਲ੍ਹ ਸ਼ਾਇਦ ਇਹ ਭਾਸ਼ਾਵਾਂ ਹੈਗੀਆਂ ਨੇ ਪਰ ਅਸੀਂ ਨਹੀਂ ਪੜ੍ਹਦੇ, ਅਲੋਪ ਹੋ ਰਹੀਆਂ ਨੇ। ਹੁਣ ਕੋਈ ਵੀ 2-3 ਲਾਈਨਾਂ ਸੁਣਾ ਕੇ ਦੱਸੋ ਵੀ ਇਸ ਵਿੱਚ ਕਿਹੜੀ ਭਾਸ਼ਾ 'ਚ ਕੀ ਅਨੁਵਾਦ ਕੀਤਾ ਗਿਆ? ਇਹ ਲਾਈਨ ਜਿਹੜੀ ਹੈ ਮੂਲ ਅਰਬਿਕ ਭਾਸ਼ਾ 'ਚ ਹੈ, ਜਿਹਨੂੰ ਅਰਬੀ ਜ਼ੁਬਾਨ ਕਹਿੰਦੇ ਹਾਂ। ਉਹਦੇ ਨਾਲ ਹੀ ਇਹਨਾਂ ਨੇ ਪਰਸ਼ੀਅਨ 'ਚ ਅਨੁਵਾਦ ਕੀਤਾ ਹੈ। ਇਹ ਲਾਈਨ ਪਰਸ਼ੀਅਨ ਅਨੁਵਾਦ ਦੀ ਹੈ। ਉਹਦੇ ਬਾਅਦ ਇਹ ਲਾਈਨ ਜਿਹੜੀ ਹੈ ਉਹਨਾਂ ਨੇ ਪੰਜਾਬੀ ਸ਼ਾਹਮੁਖੀ ਲਿਪੀ ਵਿੱਚ ਵਾਰਤਕ 'ਚ ਅਨੁਵਾਦ ਕੀਤਾ ਹੈ। ਤੇ ਫਿਰ ਉਹਨਾਂ ਨੇ ਇਹਦੇ ਨਾਲ ਹੀ ਇਹ ਕਵਿਤਾ ਵਿੱਚ, ਸ਼ੇਰਾਂ ਵਿੱਚ ਉਹਦਾ ਅਨੁਵਾਦ ਕੀਤਾ ਹੈ ਪੰਜਾਬੀ। ਇਹ ਪੰਜਾਬੀ ਸ਼ਾਹਮੁਖੀ? ਹਾਂ, ਇਹ ਪੰਜਾਬੀ ਸ਼ਾਹਮੁਖੀ ਹੈ ਜੀ। ਤੇ ਫਿਰ ਮੈਂ ਉਂਗਲ ਰੱਖੀ ਹੈ, ਇਹ ਪੰਜਾਬੀ ਸ਼ਾਹਮੁਖੀ ਹੈ। ਕਿ ਇਹ ਧਾਰਨਾ ਬਣ ਜਾਂਦੀ ਹੈ ਜੇ ਕਿਸੇ ਨੇ ਪੱਗ ਪਾਈ ਉਸੇ ਪੰਜਾਬੀ ਜਾਣਦਾ ਹੋਊਗਾ, ਕਿਉਂਕਿ ਹਲੇ ਹੋਰ ਵੀ ਇਹੋ ਜਿਹੇ ਕਈ ਸਿੱਖ ਚਿਹਰੇ ਹੈਗੇ ਨੇ ਜੋ ਅਲੱਗ-ਅਲੱਗ ਭਾਸ਼ਾਵਾਂ ਵਿੱਚ ਇੰਗਲਿਸ਼, ਹਿੰਦੀ, ਪੰਜਾਬੀ, ਉਰਦੂ, ਫਾਰਸੀ, ਸ਼ਾਹਮੁਖੀ, ਗੁਰਮੁਖੀ ਪੜ੍ਹਦੇ ਨੇ। ਪਰ ਇਹ ਮੁਸਲਮਾਨਾਂ ਨੂੰ ਲੈ ਕੇ ਉਰਦੂ ਨਾਲ ਕਦੋਂ ਜੋੜਿਆ ਜਾਂਦਾ ਹੈ? ਕਿ ਭਾਸ਼ਾ ਕਿਸੇ ਧਰਮ ਨਾਲ ਜੁੜੀ ਨਹੀਂ ਹੁੰਦੀ। ਜਿਹੜੇ ਕ੍ਰਿਸਚੀਅਨ ਹਨ ਉਹਨਾਂ ਦੀ ਭਾਸ਼ਾ ਅੰਗਰੇਜ਼ੀ ਨਹੀਂ ਹੈ। ਜਿਹੜੇ ਮੁਸਲਿਮ ਹਨ ਉਹਨਾਂ ਦੀ ਭਾਸ਼ਾ ਉਰਦੂ ਨਹੀਂ ਹੈ। ਜਿਹੜੇ ਸਿੱਖ ਹਨ ਉਹਨਾਂ ਦੀ ਭਾਸ਼ਾ ਪੰਜਾਬੀ ਨਹੀਂ ਹੈ। ਜਿਹੜੀ ਭਾਸ਼ਾ ਹੈ ਉਹ ਖਿੱਤਿਆਂ ਨਾਲ ਜੁੜੀ ਹੁੰਦੀ ਹੈ। ਉਸ ਖਿੱਤੇ ਦਾ ਜਿਹੜਾ ਵਸਨੀਕ ਹੈ, ਕ੍ਰਿਸਚੀਅਨ ਹੈ, ਮੁਸਲਿਮ ਹੈ, ਹਿੰਦੂ ਹੈ, ਸਿੱਖ ਹੈ, ਕੋਈ ਵੀ ਹੈ, ਉਹਦੀ ਭਾਸ਼ਾ ਉਸ ਖਿੱਤੇ ਨਾਲ ਜੁੜੀ ਹੋਈ ਹੈ, ਪੰਜਾਬੀ ਹੈ। ਮਸਲਨ ਮੈਂ ਪੰਜਾਬ ਦਾ ਜੰਮਪਲ ਹਾਂ, ਮੇਰੇ ਪੁਰਖੇ ਇੱਥੇ ਦੇ ਜੰਮੇ ਉੱਗੇ ਹਨ, ਮੇਰੀ ਭਾਸ਼ਾ ਪੰਜਾਬੀ ਹੈ, ਮੇਰੀ ਮਾਂ ਬੋਲੀ ਪੰਜਾਬੀ ਹੈ। ਉਰਦੂ ਹਰਗਿਜ਼ ਮੇਰੀ ਮਾਂ ਬੋਲੀ ਨਹੀਂ ਹੈ। ਉਰਦੂ ਇੱਕ ਅਲੱਗ ਭਾਸ਼ਾ ਹੈ, ਮਿੱਠੀ ਭਾਸ਼ਾ ਹੈ, ਮਹਿਬੂਬ ਭਾਸ਼ਾ ਹੈ। ਲੇਕਿਨ ਭਾਸ਼ਾ ਜਿਹੜੀ ਹੈ ਉਹ ਖਿੱਤੇ ਨਾਲ ਜੁੜੀ ਹੁੰਦੀ ਹੈ। ਪੱਗਾਂ ਨਾਲ, ਟੋਪੀਆਂ ਨਾਲ ਜਾਂ ਨੰਗੇ ਸਿਰ ਨਾਲ ਭਾਸ਼ਾ ਨੂੰ ਜੋੜਨਾ ਗਲਤ ਹੈ।
ਗੱਲ ਪਹਿਰਾਵੇ ਦੀ ਕਰੀਏ, ਜਦੋਂ ਵੀ ਕੋਈ ਸ਼ਖਸ ਤੁਹਾਡੇ ਸਾਹਮਣੇ ਆਉਂਦਾ ਹੈ, ਉਸ ਦੀ ਭਾਸ਼ਾ ਨੂੰ ਦੇਖ ਕੇ, ਜੋ ਉਸਦੇ ਪਹਿਰਾਵੇ ਨੂੰ ਦੇਖ ਕੇ ਅੰਦਾਜ਼ਾ ਲਗਾ ਲੈਂਦੇ ਆ ਉਹ ਕਿਸ ਚੀਜ਼ ਨਾਲ ਤਾਲੁਕਾਤ ਰੱਖਦਾ। ਹੁਣ ਇੱਕ ਜਹਿਨ ਵਿੱਚ ਬਣਿਆ ਹੈ, ਜੇ ਕਿਸੇ ਨੇ ਪੱਗ ਪਾਈ ਹੈ ਉਸ ਨੂੰ ਪੰਜਾਬੀ ਭਾਸ਼ਾ ਆਉਂਦੀ ਹੋਵੇਗੀ, ਜਾਂ ਕੋਈ ਵੀ ਆਪਾਂ ਮੁਸਲਮਾਨ ਦੇਖ ਲੈਂਦੇ ਆ, ਹਮੇਸ਼ਾ ਜਹਿਨ ਵਿੱਚ ਆਉਂਦਾ ਉਸ ਨੂੰ ਉਰਦੂ ਭਾਸ਼ਾ ਹੀ ਆਉਂਦੀ ਹੋਏਗੀ, ਜਾਂ ਫਾਰਸੀ ਆਉਂਦੀ ਹੋਏਗੀ, ਜਾਂ ਅਰਬਿਕ ਭਾਸ਼ਾ ਆਉਂਦੀ ਹੋਏਗੀ। ਹੁਣ ਤੁਹਾਡੀ ਮੁਲਾਕਾਤ ਕਰਵਾਵਾਂਗੇ ਕਿਹੋ ਜਿਹੇ ਸ਼ਖਸ ਦੇ ਨਾਲ ਜਿਨ੍ਹਾਂ ਨੇ, ਤੁਹਾਨੂੰ ਪਹਿਲਾਂ ਮੈਂ ਇੱਕ ਇੰਟਰਵਿਊ ਦਿਖਾਇਆ ਸੀ, ਉਰਦੂ ਤੋਂ ਪੰਜਾਬੀ ਭਾਸ਼ਾ ਦੇ ਵਿੱਚ ਅਨੁਵਾਦ ਕੀਤਾ ਸੀ ਕੁਰਾਨ ਸ਼ਰੀਫ ਨੂੰ। 20 ਸਾਲ ਲਗਭਗ ਉਹਨਾਂ ਨੂੰ ਲੱਗ ਗਏ ਸੀ। ਬਹੁਤ ਇਹੋ ਜਿਹੇ ਦੁਨੀਆ ਦੇ ਵਿਅਕਤੀ ਨੇ ਜਿਨ੍ਹਾਂ ਨੂੰ 10 15 20 ਭਾਸ਼ਾ ਆਉਂਦੀਆਂ ਹੋਣਗੀਆਂ, ਪਰ ਕੁਝ ਇਹੋ ਜਿਹੇ ਵੀ ਵਿਅਕਤੀ ਨੇ ਜੋ ਸਰਚ ਵਾਸਤੇ ਜਾਂ ਕੁਝ ਖੋਜਣ ਵਾਸਤੇ ਵੀ ਭਾਸ਼ਾਵਾਂ ਦਾ ਗਿਆਨ ਹਾਸਲ ਕਰਦੇ ਨੇ। ਸਾਡੇ ਨਾਲ ਰਮਜ਼ਾਨ ਸੈਦ ਮੌਜੂਦ ਨੇ ਜਿਨ੍ਹਾਂ ਨੇ ਕੁਰਾਨ ਸ਼ਰੀਫ ਤੋਂ ਪੰਜਾਬੀ ਅਨੁਵਾਦ ਕੀਤਾ ਸੀ। ਹੁਣ ਇੱਕ ਸਵਾਲ ਆ ਜਾਂਦਾ ਗੁਰਮੁਖੀ ਦਾ, ਗੁਰਮੁਖੀ ਭਾਸ਼ਾ ਜਿਸ ਨੂੰ ਪੰਜਾਬੀ ਭਾਸ਼ਾ 35 ਅੱਖਰ ਕਹਿੰਦੇ ਆ, ਤੇ ਦੂਸਰੇ ਪਾਸੇ ਸ਼ਾਹ ਗੁਰਮੁਖੀ ਦਾ ਵੀ ਜ਼ਿਕਰ ਆ ਜਾਂਦਾ ਹੈ। ਜਦੋਂ ਸ਼ਾਹ ਗੁਰਮੁਖੀ ਦਾ ਜ਼ਿਕਰ ਆਉਂਦਾ ਹੈ ਕਿ ਅਸੀਂ ਜੋ ਪੰਜਾਬ ਦੇ ਲੋਕ ਨੇ ਕਿ ਵਾਕਈ ਅਸੀਂ ਉਹਨੂੰ ਪੜ੍ਹ ਪਾਉਂਦੇ ਹਾਂ। ਮੇਰੇ ਕੋਲ ਇੱਕ ਕਿਤਾਬ ਹੈ ਜੋ ਤੁਸੀਂ ਸਕਰੀਨ ਉੱਤੇ ਦੇਖਦੇ ਹੋ। ਇਸ ਵਿੱਚ ਜੇ ਮੈਂ ਕਿਸੇ ਨੂੰ ਕਹਾਂ ਵੀ ਪੰਜਾਬੀ ਲੱਭ ਸਕਦੇ ਹੋ ਸ਼ਾਹਮੁਖੀ ਦੀ, ਤਾਂ ਸ਼ਾਇਦ ਬਹੁਤ ਔਖਾ ਹੋਊਗਾ। ਜੋ ਪੰਜਾਬ ਵਿੱਚ ਰਹਿੰਦੇ ਨੇ ਜਾਂ ਪੰਜਾਬੀ ਨੇ, ਕਈਆਂ ਨੂੰ ਤਾਂ ਅੰਦਾਜ਼ਾ ਹੋ ਗਿਆ ਹੋਊਗਾ ਜਾਂ ਕਈਆਂ ਨੂੰ ਪਤਾ ਲੱਗ ਗਿਆ ਹੋਊਗਾ ਇਸ ਵਿੱਚ ਕਿਹੜੀ ਭਾਸ਼ਾ ਸ਼ਾਹਮੁਖੀ ਲਿਖੀ ਹੈ। ਇਹ ਕਿਤਾਬ 3 ਭਾਸ਼ਾਵਾਂ ਵਿੱਚ ਹੈ ਜੋ ਤੁਸੀਂ ਇਸ ਸਮੇਂ ਦੇਖਦੇ ਹੋ। ਇਹ ਕਿਤਾਬ ਅਰਬਿਕ, ਫਾਰਸੀ ਤੇ ਸ਼ਾਹਮੁਖੀ ਵਿੱਚ ਹੈ, ਪੰਜਾਬੀ ਸ਼ਾਹਮੁਖੀ ਵਿੱਚ। ਤਾਂ ਹੁਣ ਕਿਹੜੀ ਲਾਈਨ ਪੰਜਾਬੀ ਸ਼ਾਹਮੁਖੀ ਵਿੱਚ ਹੈ ਇਸ ਨੂੰ ਜਾਣਨਾ ਔਖਾ ਹੈ ਜਿਸ ਨੂੰ ਸ਼ਾਹਮੁਖੀ ਨਹੀਂ ਆਉਂਦੀ। ਅੱਜ ਕੱਲ੍ਹ ਦੇ ਦੌਰ ਵਿੱਚ ਇੰਗਲਿਸ਼ 'ਤੇ ਜ਼ੋਰ ਪਾਇਆ ਜਾਂਦਾ, ਇਸ ਭਾਸ਼ਾਵਾਂ ਉੱਪਰ ਜ਼ੋਰ ਨਹੀਂ ਪਾਇਆ ਜਾਂਦਾ। ਜੇ ਪੁਰਾਣੀ ਮਹਾਰਾਜਿਆਂ ਦੀ ਵੀ ਗੱਲ ਕਰੀਏ ਜਾਂ ਗੱਲ ਉਸ ਦੌਰ ਦੀ ਵੀ ਕਰੀਏ ਜਦੋਂ ਜਫਰਨਾਮਾ ਲਿਖਿਆ ਜਾਂਦਾ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵੀ ਫਾਰਸੀ ਵਿੱਚ ਲਿਖਿਆ ਜਾਂਦਾ। ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੀ ਗੱਲ ਕਰੀਏ, ਉਹਨਾਂ ਦਾ ਕੰਮ ਵੀ ਸ਼ਾਹੀ ਗੁਰਮੁਖੀ ਜਾਂ ਫਾਰਸੀ ਭਾਸ਼ਾ ਵਿੱਚ ਹੀ ਹੁੰਦਾ ਰਿਹਾ। ਅੱਜ ਕੱਲ੍ਹ 35 ਗੁਰਮੁਖੀ ਜੋ ਚੱਲੀ ਹੈ ਉਹ ਸਾਰੇ ਲੋਕਾਂ ਨੂੰ ਜਹਿਨ ਵਿੱਚ ਹੈਗੀ ਹੈ, ਲੋਕ ਉਹਨਾਂ ਨੂੰ ਬਖੂਬੀ ਜਾਣਦੇ ਨੇ, ਪੰਜਾਬੀ ਭਾਸ਼ਾ ਲਿਖਦੇ ਨੇ, ਪੜ੍ਹਦੇ ਨੇ। ਪਰ ਕੀ ਇਸ ਭਾਸ਼ਾਵਾਂ ਨੂੰ ਵੀ ਸਾਨੂੰ ਪੜ੍ਹਨਾ ਪੈਣਾ ਜੇ ਅਸੀਂ ਪਿੱਛੇ ਆਪਦੇ ਇਤਿਹਾਸ ਨੂੰ ਜਾਣਨਾ, ਕਿਉਂਕਿ ਕਈ ਕਿਤਾਬਾਂ ਇਹੋ ਜਿਹੀਆਂ ਵੀ ਨੇ ਜੋ ਪੰਜਾਬੀ ਜਾਂ ਇੰਗਲਿਸ਼ ਜਾਂ ਹਿੰਦੀ ਵਿੱਚ ਅਨੁਵਾਦ ਨਹੀਂ ਹੋਈਆਂ। ਤੇ ਸਾਡੇ ਨਾਲ ਰਮਜ਼ਾਨ ਸੈਦ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਨੇ ਔਰ ਜਾਣਾਂਗੇ ਕਿ ਜਦੋਂ ਕਿਸੇ ਮੁਸਲਮਾਨ ਵਿਅਕਤੀ ਨੂੰ ਦੇਖਿਆ ਜਾਂਦਾ ਤਾਂ ਜਹਿਨ ਵਿੱਚ ਉਰਦੂ ਭਾਸ਼ਾ ਹੀ ਆ ਜਾਂਦੀ ਹੈ। ਕਿ ਕਿਤੇ ਨਾ ਕਿਤੇ ਕਈ ਇਹੋ ਜਿਹੇ ਮੁਸਲਮਾਨ ਵੀ ਨੇ ਜੋ ਪੰਜਾਬੀ ਭਾਸ਼ਾ ਦੇ ਨੇੜੇ ਨੇ ਜਾਂ ਪੰਜਾਬੀ ਭਾਸ਼ਾ ਉਹਨਾਂ ਨੇ ਪੜ੍ਹੀ, ਚਾਹੇ ਉਹ ਗੁਰਮੁਖੀ ਹੈ ਚਾਹੇ ਉਹ ਸ਼ਾਹੀ ਹੈ। ਤਾਂ ਗੱਲਬਾਤ ਕਰਾਂਗੇ। ਬਹੁਤ ਬਹੁਤ ਸਵਾਗਤ ਹੈ ਸਰ। ਸ਼ੁਕਰੀਆ ਜਨਾਬ, ਮਿਹਰਬਾਨੀ। ਪੰਜਾਬ ਨਿਊਜ਼ ਵਾਲਿਓ ਬਹੁਤ ਸ਼ੁਕਰੀਆ। ਮੈਂ ਤੁਹਾਡਾ ਪਹਿਲਾਂ ਵੀ ਇੱਕ ਇੰਟਰਵਿਊ ਕੀਤਾ ਸੀ, ਤੁਸੀਂ ਕੁਰਾਨ ਸ਼ਰੀਫ ਨੂੰ ਉਰਦੂ ਭਾਸ਼ਾ ਤੋਂ ਜਾਂ ਫਾਰਸੀ ਭਾਸ਼ਾ ਤੋਂ ਪੰਜਾਬੀ ਵਿੱਚ ਅਨੁਵਾਦ ਕੀਤਾ ਸੀ, ਲਗਭਗ 18 ਸਾਲ ਲੱਗ ਗਏ ਸੀ। ਮੇਰਾ ਪਹਿਲਾ ਸਵਾਲ ਇਹੀ ਹੈ ਕਿ ਕਿਸੇ ਮੁਸਲਮਾਨ ਨੂੰ ਦੇਖ ਲੈਂਦੇ ਆ ਕਿ ਜਹਿਨ ਵਿੱਚ ਆ ਜਾਂਦਾ ਵੀ ਸਿਰਫ ਉਰਦੂ ਹੀ ਜਾਣਦਾ ਜਾਂ ਫਾਰਸੀ ਜਾਣਦਾ, ਕਿ ਉਹਨੂੰ ਪੰਜਾਬੀ ਦਾ ਵੀ ਇਲਮ ਹੁੰਦਾ। ਇਸ ਧਰਤੀ ਪਰ ਮੁਸਲਮਾਨ ਦੀ ਸ਼ਨਾਖਤ ਪੰਜਾਬੀ ਨਾਲ ਹੋਈ ਹੈ, ਉਰਦੂ ਮਗਰੋਂ ਆਈ ਹੈ। ਪਹਿਲਾਂ ਇਹ ਬਾਈ ਬਰਥ ਪੰਜਾਬੀ ਹਨ, ਇਹਨਾਂ ਦੀ ਬੋਲੀ ਪੰਜਾਬੀ ਹੈ, ਇਹਨਾਂ ਦਾ ਪਹਿਰਾਵਾ ਪੰਜਾਬੀ ਹੈ, ਇਹਨਾਂ ਦੀ ਰਹਿਣੀ ਬਹਿਣੀ ਪੰਜਾਬੀ ਹੈ। ਯਾਨੀ ਜਿਹੜੇ ਇਸ ਧਰਤੀ ਦੇ ਮੁਸਲਮਾਨ ਹਨ ਉਹ ਪੰਜਾਬੀ ਹਨ, ਨਿਰੋਲ ਪੰਜਾਬੀ, ਉਰਦੂ ਮਗਰੋਂ ਆਈ ਹੈ। ਹੁਣ ਗੱਲ ਕਰੀਏ ਇਸ ਕਿਤਾਬ ਨੂੰ ਲੈ ਕੇ। ਹੁਣ ਮੈਂ ਜਿਵੇਂ ਜ਼ਿਕਰ ਕਰ ਰਿਹਾ ਸੀ ਵੀ ਸ਼ਾਇਦ ਬਹੁਤ ਔਖਾ ਹੈ, ਮੇਰੇ ਲਈ ਵੀ ਬਹੁਤ ਔਖਾ ਪੜ੍ਹਨਾ ਇਹਨੂੰ ਵੀ ਕਿਹੜੀ ਭਾਸ਼ਾਵਾਂ ਲਿਖੀਆਂ ਹੋਈਆਂ ਨੇ। ਅੱਜ ਕੱਲ੍ਹ ਸ਼ਾਇਦ ਇਹ ਭਾਸ਼ਾਵਾਂ ਹੈਗੀਆਂ ਨੇ ਪਰ ਅਸੀਂ ਨਹੀਂ ਪੜ੍ਹਦੇ, ਅਲੋਪ ਹੋ ਰਹੀਆਂ ਨੇ। ਹੁਣ ਕੋਈ ਵੀ 2-3 ਲਾਈਨਾਂ ਸੁਣਾ ਕੇ ਦੱਸੋ ਵੀ ਇਸ ਵਿੱਚ ਕਿਹੜੀ ਭਾਸ਼ਾ ਵਿੱਚ ਕੀ ਅਨੁਵਾਦ ਕੀਤਾ ਗਿਆ। ਹਜ਼ੂਰ ਮੇਰੇ ਸਾਹਮਣੇ ਜਿਹੜੀ ਕਿਤਾਬ ਹੈ ਇਹਦਾ ਨਾਂ ਤਫਸੀਰ ਮੁਹੰਮਦੀ ਹੈ। 1886 'ਚ ਇਹ ਪਬਲਿਸ਼ ਹੋਈ ਹੈ, ਪ੍ਰਿੰਟ ਹੋਈ ਹੈ। ਇਹ ਇਸ ਪੂਰੇ ਇਲਾਕੇ ਵਿੱਚ ਪੰਜਾਬੀ ਜ਼ਬਾਨ 'ਚ ਕੁਰਾਨ ਮਜੀਦ ਦਾ ਪਹਿਲਾ ਉਲੱਥਾ ਮੰਨਿਆ ਜਾਂਦਾ ਹੈ। ਇਹਦੇ ਜਿਹੜੇ ਉਲੱਥਾਕਾਰ ਹਨ ਇੱਕ ਵੱਡੇ ਵਿਦਵਾਨ ਹੋਏ ਹਨ, ਹਾਫਿਜ਼ ਮੁਹੰਮਦ ਲੱਖੋਕਿਆਂ ਵਾਲੇ ਉਹਨਾਂ ਦਾ ਨਾਂ ਹੈ। 1886 'ਚ ਉਹਨਾਂ ਨੇ ਇਹ ਕਿਤਾਬ ਲਿਖੀ ਹੈ ਜਿਹੜੀ 1900 ਦੇ ਵਿੱਚ 1895 ਦੇ ਵਿੱਚ ਪਬਲਿਸ਼ ਹੋਈ ਹੈ, ਪ੍ਰਿੰਟ ਹੋਈ ਹੈ। ਇਹਦੇ ਵਿੱਚ ਮੂਲ ਅਰਬੀ ਭਾਸ਼ਾ 'ਚ ਉੱਪਰ ਮੱਥੇ ਤੇ ਉਹਨਾਂ ਨੇ ਦਿੱਤਾ ਹੈ, ਅਰਬੀ ਲਿਖੀ ਹੈ, ਅਰਬੀ ਭਾਸ਼ਾ ਲਿਖੀ ਹੈ। ਉਹਦੇ ਹੇਠਾਂ ਉਹਨਾਂ ਨੇ ਪਰਸ਼ੀਅਨ ਦੇ ਵਿੱਚ ਉਹਦਾ ਅਨੁਵਾਦ ਦਿੱਤਾ ਹੈ, ਨਾਲ ਪੰਜਾਬੀ ਸ਼ਾਹਮੁਖੀ ਲਿਪੀ ਦੇ ਵਿੱਚ ਉਹਦਾ ਅਨੁਵਾਦ ਉਹਨਾਂ ਨੇ ਕੀਤਾ ਹੈ ਕਵਿਤਾ 'ਚ।
ਤੇ ਵਾਰਤਕ 'ਚ ਉਹਦਾ ਅਨੁਵਾਦ ਕੀਤਾ ਹੈ ਪੰਜਾਬੀ 'ਚ। ਯਾਨੀ ਮੂਲ ਰੂਪ ਵਿੱਚ ਪੰਜਾਬੀ ਜਿਹੜਾ ਹੈ ਨਹੀਂ, ਬਲਕਿ ਅਰਬੀ ਤੋਂ ਸ਼ੁਰੂ ਕਰਕੇ ਪਰਸ਼ੀਅਨ ਰਾਹੀਂ ਹੁੰਦੇ ਹੋਏ ਪੰਜਾਬੀ ਦੀ ਸ਼ਾਹਮੁਖੀ ਲਿਪੀ ਤੱਕ ਪਹੁੰਚੇ ਹਨ। ਹੁਣ ਮੈਂ ਕਹਾਂਗਾ ਕੋਈ ਵੀ ਲਾਈਨ ਤੁਸੀਂ ਦਰਸ਼ਕਾਂ ਨੂੰ ਦੱਸੋ ਵੀ ਕਿਹੜੀ ਇਹਦੇ ਵਿੱਚ ਸ਼ਾਹਮੁਖੀ ਦੀ ਹੈ, ਸ਼ਾਹਮੁਖੀ ਦੀ ਹੈ, ਤੇ ਕਿਹੜੀ ਲਾਈਨ ਇਸ ਵਿੱਚ ਪੱਛਮ ਦੀ ਹੈ, ਤੇ ਕਿਹੜੀ ਲਾਈਨ ਇਸ ਵਿੱਚ ਉਰਦੂ ਦੀ ਹੈ। ਇਹਦੇ ਵਿੱਚ ਜਿਵੇਂ ਪਹਿਲਾਂ ਇਹਦੇ 'ਚ ਲਿਖਿਆ ਹੋਇਆ ਹੈ, ਅਰਬੀ 'ਚ ਲਿਖਿਆ ਵਇਜ਼ਾ ਤੁਤਲਾ ਅਲੈਹਿਮ ਆਯਾਤੁਰ ਰਹਿਮਾਨੀ ਖਰਰੂ ਸੁਜਦਮ व बुकियम। ਇਹਦੇ 'ਚ ਪਰਸ਼ੀਅਨ 'ਚ ਉਹਦਾ ਅਨੁਵਾਦ ਲਿਖਿਆ ਚੂੰ ਖਾਂਦਾ ਮੀਸ਼ਤ ਬਰੀਸ਼ਾਂ ਆਯਾਤ ਖੁਦਾ ਮੀ ਉਫਤਾਦੰਦ ਸਜਦਾ ਕੁਨਾ ਵ ਗਿਰੀਆਂ। ਫਿਰ ਉਹਨਾਂ ਨੇ ਪੰਜਾਬੀ ਵਿੱਚ ਯਾਨੀ ਸ਼ਾਹਮੁਖੀ ਲਿਪੀ ਵਿੱਚ ਉਹਨਾਂ ਦਾ ਅਨੁਵਾਦ ਕੀਤਾ। ਜਦ ਪੜ੍ਹਿਆਂ ਜਾਂਦਿਆਂ ਇਹ ਉੱਪਰ ਉਹਨਾਂ ਦੇ ਆਇਤਾਂ ਅੱਲਾ ਦੀਆਂ ਡਿੱਗ ਪਾਉਂਦੇ ਸਿਜਦੇ ਹੁੰਦੇ ਰੋਂਦੇ। ਜਿਸ ਵਕਤ ਉਹਨਾਂ ਦੇ ਉੱਪਰ ਫਿਰ ਕਵਿਤਾ 'ਚ ਅਨੁਵਾਦ ਕੀਤਾ, ਜਿਸ ਵਕਤ ਉਹਨਾਂ ਦੇ ਉੱਪਰ ਆਇਤਾਂ ਰੱਬ ਦੀਆਂ ਪੜ੍ਹੀਆਂ ਜਾਵਨ ਸਿਜਦੇ ਅੰਦਰ ਡਿੱਗਣ ਰੋ ਰੋ ਅੱਖੀ ਨੀਰ ਬਹਾਵਨ। ਇਹ ਪੰਜਾਬੀ ਸ਼ਾਹਮੁਖੀ 'ਚ ਉਹਨਾਂ ਨੇ ਅਨੁਵਾਦ ਕੀਤਾ। ਮੈਂ ਕਹਾਂਗਾ ਵੀ ਕੈਮਰਾਮੈਨ ਨੂੰ ਦਿਖਾ ਦਿਓ ਵੀ ਕਿਹੜੀ ਲਾਈਨ ਇਹਦੇ ਵਿੱਚ ਪੰਜਾਬੀ ਵਾਲੀ ਹੈ, ਸ਼ਾਹਮੁਖੀ ਦੀ ਹੈ, ਤੇ ਕਿਹੜੀ ਦੂਸਰੀ ਲਾਈਨ। ਜੀ ਜੀ, ਇਹ ਲਾਈਨ ਜਿਹੜੀ ਹੈ ਮੂਲ ਅਰਬਿਕ ਭਾਸ਼ਾ 'ਚ ਹੈ, ਜਿਹਨੂੰ ਅਰਬੀ ਜ਼ੁਬਾਨ ਕਹਿੰਦੇ ਹਾਂ। ਉਹਦੇ ਨਾਲ ਹੀ ਇਹਨਾਂ ਨੇ ਪਰਸ਼ੀਅਨ 'ਚ ਅਨੁਵਾਦ ਕੀਤਾ ਹੈ। ਇਹ ਲਾਈਨ ਪਰਸ਼ੀਅਨ ਅਨੁਵਾਦ ਦੀ ਹੈ। ਉਹਦੇ ਬਾਅਦ ਇਹ ਲਾਈਨ ਜਿਹੜੀ ਹੈ ਉਹਨਾਂ ਨੇ ਪੰਜਾਬੀ ਸ਼ਾਹਮੁਖੀ ਲਿਪੀ ਵਿੱਚ ਵਾਰਤਕ 'ਚ ਅਨੁਵਾਦ ਕੀਤਾ ਹੈ, ਤੇ ਫਿਰ ਉਹਨਾਂ ਨੇ ਇਹਦੇ ਨਾਲ ਹੀ ਇਹ ਕਵਿਤਾ ਵਿੱਚ ਸ਼ੇਰਾਂ ਵਿੱਚ ਉਹਦਾ ਅਨੁਵਾਦ ਕੀਤਾ ਹੈ। ਇਹ ਪੰਜਾਬੀ ਸ਼ਾਹਮੁਖੀ, ਹਾਂ ਇਹ ਪੰਜਾਬੀ ਸ਼ਾਹਮੁਖੀ ਹੈ ਜੀ, ਤੇ ਫਿਰ ਮੈਂ ਉਂਗਲ ਰੱਖੀ ਹੈ, ਇਹ ਪੰਜਾਬੀ ਸ਼ਾਹਮੁਖੀ ਹੈ। ਹੁਣ ਗੱਲ ਕਰੀਏ ਜੋ ਸਵਾਲ ਮੈਂ ਸ਼ੁਰੂ ਵਿੱਚ ਕੀਤਾ ਸੀ ਵੀ ਜਦੋਂ ਵੀ ਕੋਈ ਸ਼ਖਸ ਨੂੰ ਆਪਾਂ ਮੁਸਲਮਾਨ ਨੂੰ ਦੇਖਦੇ ਆ ਉਹਨਾਂ ਦਾ ਇਹੀ ਦਿਮਾਗ 'ਚ ਆਉਂਦਾ ਵੀ ਉਰਦੂ ਜਾਣਦੇ ਨੇ। ਜਿਵੇਂ ਤੁਸੀਂ ਹੁਣ 3 ਭਾਸ਼ਾਵਾਂ ਪੜ੍ਹ ਲੈਂਦੇ ਹੋ ਅਲੱਗ-ਅਲੱਗ ਤਰੀਕੇ ਦੇ ਨਾਲ, ਕਿ ਇਹ ਧਾਰਨਾ ਬਣ ਜਾਂਦੀ ਹੈ ਜੇ ਕਿਸੇ ਨੇ ਪੱਗ ਪਾਈ ਉਸੇ ਪੰਜਾਬੀ ਜਾਣਦਾ ਹੋਊਗਾ, ਕਿਉਂਕਿ ਹਲੇ ਹੋਰ ਵੀ ਇਹੋ ਜਿਹੇ ਕਈ ਸਿੱਖ ਚਿਹਰੇ ਹੈਗੇ ਨੇ ਜੋ ਅਲੱਗ-ਅਲੱਗ ਭਾਸ਼ਾਵਾਂ ਵਿੱਚ ਇੰਗਲਿਸ਼, ਹਿੰਦੀ, ਪੰਜਾਬੀ, ਉਰਦੂ, ਫਾਰਸੀ, ਸ਼ਾਹਮੁਖੀ, ਗੁਰਮੁਖੀ ਪੜ੍ਹਦੇ ਨੇ, ਪਰ ਇਹ ਮੁਸਲਮਾਨਾਂ ਨੂੰ ਲੈ ਕੇ ਉਰਦੂ ਨਾਲ ਕਦੋਂ ਜੋੜਿਆ ਜਾਂਦਾ ਹੈ। ਭਾਸ਼ਾ ਪੰਜਾਬ ਨਿਊਜ਼ ਦੇ ਮਾਧਿਅਮ ਰਾਹੀਂ ਮੈਂ ਅਰਜ਼ ਕਰਦਾ ਹਾਂ ਕਿ ਭਾਸ਼ਾ ਕਿਸੇ ਧਰਮ ਨਾਲ ਜੁੜੀ ਨਹੀਂ ਹੁੰਦੀ। ਜਿਹੜੇ ਕ੍ਰਿਸਚੀਅਨ ਹਨ ਉਹਨਾਂ ਦੀ ਭਾਸ਼ਾ ਅੰਗਰੇਜ਼ੀ ਨਹੀਂ ਹੈ, ਜਿਹੜੇ ਮੁਸਲਿਮ ਹਨ ਉਹਨਾਂ ਦੀ ਭਾਸ਼ਾ ਉਰਦੂ ਨਹੀਂ ਹੈ, ਜਿਹੜੇ ਸਿੱਖ ਹਨ ਉਹਨਾਂ ਦੀ ਭਾਸ਼ਾ ਪੰਜਾਬੀ ਨਹੀਂ ਹੈ। ਜਿਹੜੀ ਭਾਸ਼ਾ ਹੈ ਉਹ ਖਿੱਤਿਆਂ ਨਾਲ ਜੁੜੀ ਹੁੰਦੀ ਹੈ। ਉਸ ਖਿੱਤੇ ਦਾ ਜਿਹੜਾ ਵਸਨੀਕ ਹੈ, ਕ੍ਰਿਸਚੀਅਨ ਹੈ, ਮੁਸਲਿਮ ਹੈ, ਹਿੰਦੂ ਹੈ, ਸਿੱਖ ਹੈ, ਕੋਈ ਵੀ ਹੈ, ਉਹਦੀ ਭਾਸ਼ਾ ਉਸ ਖਿੱਤੇ ਨਾਲ ਜੁੜੀ ਹੋਈ ਹੈ, ਪੰਜਾਬੀ ਹੈ। ਮਸਲਨ ਮੈਂ ਪੰਜਾਬ ਦਾ ਜੰਮਪਲ ਹਾਂ, ਮੇਰੇ ਪੁਰਖੇ ਇੱਥੇ ਦੇ ਜੰਮੇ ਉੱਗੇ ਹਨ, ਮੇਰੀ ਭਾਸ਼ਾ ਪੰਜਾਬੀ ਹੈ, ਮੇਰੀ ਮਾਂ ਬੋਲੀ ਪੰਜਾਬੀ ਹੈ। ਉਰਦੂ ਹਰਗਿਜ਼ ਮੇਰੀ ਮਾਂ ਬੋਲੀ ਨਹੀਂ ਹੈ। ਉਰਦੂ ਇੱਕ ਅਲੱਗ ਭਾਸ਼ਾ ਹੈ, ਮਿੱਠੀ ਭਾਸ਼ਾ ਹੈ, ਮਹਿਬੂਬ ਭਾਸ਼ਾ ਹੈ, ਲੇਕਿਨ ਭਾਸ਼ਾ ਜਿਹੜੀ ਹੈ ਉਹ ਖਿੱਤੇ ਨਾਲ ਜੁੜੀ ਹੁੰਦੀ ਹੈ। ਪੱਗਾਂ ਨਾਲ, ਟੋਪੀਆਂ ਨਾਲ ਜਾਂ ਨੰਗੇ ਸਿਰ ਨਾਲ ਭਾਸ਼ਾ ਨੂੰ ਜੋੜਨਾ ਗਲਤ ਹੈ। ਇਸੇ ਕਰਕੇ ਉਰਦੂ ਨੂੰ ਮੁਸਲਮਾਨਾਂ ਨਾਲ ਜੋੜ ਕੇ ਇਹਨੂੰ ਸਫੇ ਤੋਂ ਮਿਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ। ਮੁਸਲਮਾਨਾਂ ਦੀ ਭਾਸ਼ਾ ਹੈ, ਮੁਸਲਮਾਨਾਂ ਦੇ ਕੀ ਲੱਗਦੇ ਹਨ? ਇਹ ਤਾਂ ਭਾਰਤ ਦੀ ਭਾਸ਼ਾ ਹੈ, ਹਿੰਦੁਸਤਾਨ ਦੀ ਭਾਸ਼ਾ ਹੈ। ਪੰਜਾਬੀ ਸਾਡੀ ਪੰਜਾਬੀਆਂ ਦੀ ਭਾਸ਼ਾ ਹੈ। ਕਿਤੇ ਵੀ ਰਹਿੰਦੇ ਹਨ, ਮੁਸਲਿਮ ਹਨ, ਕਨਾਡਾ ਰਹਿੰਦੇ ਹਨ, UK ਰਹਿੰਦੇ ਹਨ, ਆਸਟ੍ਰੇਲੀਆ ਰਹਿੰਦੇ ਹਨ, ਜਿੱਥੇ ਵੀ ਰਹਿੰਦੇ ਹਨ ਪੰਜਾਬੀ, ਉਹ ਭਾਵੇਂ ਮੁਸਲਮਾਨ ਹਨ, ਸਿੱਖ ਹਨ, ਹਿੰਦੂ ਹਨ, ਉਹ ਸਭ ਦੀ ਭਾਸ਼ਾ ਪੰਜਾਬੀ ਹੈ। ਸਾਡੀ ਪੰਜਾਬੀ ਭਾਸ਼ਾ ਹੈ। ਹੁਣ ਤੁਸੀਂ ਜਫਰਨਾਮੇ ਦੀ ਵੀ ਗੱਲ ਕਰਦੇ ਸੀ ਵੀ ਫਾਰਸੀ ਭਾਸ਼ਾ ਵਿੱਚ ਲਿਖਿਆ ਗਿਆ, ਤੁਸੀਂ ਇੱਕ ਹੁਣ ਗੱਲ ਵੀ ਕਰਦੇ ਸੀ ਵੀ ਪੜ੍ਹਿਆ ਵੀ ਹੋਇਆ ਜਫਰਨਾਮਾ, ਜੇ ਕੋਈ ਵੀ ਉਸ 'ਚ ਕੋਈ ਤੁਹਾਨੂੰ ਕੋਈ ਯਾਦ ਹੋਵੇ। ਮੈਂ ਹੀ ਇਕੱਲਾ ਨਹੀਂ, ਪੰਜਾਬੀ ਵਾਲੇ, ਪੰਜਾਬੀ ਪਿਆਰੇ ਸਾਰੇ ਇੱਕ ਸ਼ੇਰ ਤੋਂ ਬਹੁਤ ਜਾਣੂ ਹਨ। ਉਹ ਸ਼ੇਰ ਬੜਾ ਮਕਬੂਲ ਹੋਇਆ ਹੈ। ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜ਼ਫਰਨਾਮੇ ਵਿੱਚ ਕੋਟ ਕੀਤਾ ਹੈ। ਉਹ ਬਾਦਸ਼ਾਹ ਔਰੰਗਜ਼ੇਬ ਨੂੰ ਉਹਦੀਆਂ ਫੌਜਾਂ ਦੇ ਜ਼ੁਲਮਾਂ ਦਾ ਇਜ਼ਹਾਰ ਕਰਦੇ ਹੋਏ ਉਹਦੇ 'ਚ ਕਿਹਾ ਹੈ ਵੀ ਮੈਂ ਇਸ ਰਸਤੇ ਆਪਣੇ ਜੀ ਦੀ ਖੁਸ਼ੀ ਨਾਲ ਨਹੀਂ ਤੁਰਿਆ, ਜਦ ਸਾਰੇ ਰਾਹ ਬੰਦ ਹੋ ਗਏ ਤਾਂ ਮੈਂ ਇਹ ਰਾਹ ਅਪਣਾਇਆ। ਉਹਨਾਂ ਨੇ ਫਰਮਾਇਆ, ਉਹ ਕਹਿੰਦੇ ਹਨ, ਫਾਰਸੀ ਦਾ ਸ਼ੇਰ ਹੈ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜ਼ਫਰਨਾਮੇ 'ਚ ਉਚਰਿਆ ਹੈ। ਉਹ ਕਹਿੰਦੇ ਚੁਕਾਰ ਅਜ਼ ਹਮਾ ਹੀਲਤੇ ਦਰਗੁਜ਼ਸ਼ਤ ਹਲਾਲਸਤ ਬੁਰਦਨ ਵ ਸ਼ਮਸ਼ੀਰ ਦਸਤ। ਜਦੋਂ ਸਾਰੇ ਰਸਤੇ ਬੰਦ ਹੋ ਗਏ, ਕੋਈ ਰਾਹ ਨਹੀਂ ਟੱਕਰਿਆ, ਤਾਂ ਮੈਂ ਮਜਬੂਰ ਹੋ ਕੇ ਇਹ ਤੇਗ ਹੱਥ ਦੇ ਵਿੱਚ ਫੜੀ ਹੈ। ਇਹ ਪਰਸ਼ੀਅਨ 'ਚ ਹੈ, ਜ਼ਫਰਨਾਮੇ 'ਚ ਗੁਰੂ ਸਾਹਿਬ ਨੇ ਉਚਰਿਆ ਹੈ ਔਰ ਬਾਦਸ਼ਾਹ ਔਰੰਗਜ਼ੇਬ ਆਲਮਗੀਰ ਨੂੰ ਕਿਹਾ ਹੈ, ਤੇ ਫਾਰਸੀ 'ਚ ਹੈ।
ਅੱਛਾ ਜੀ, ਹੁਣ ਪੁਰਾਣੀਆਂ ਭਾਸ਼ਾ ਦੀ ਗੱਲ ਕਰੀਏ ਜੀ, ਤੁਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕੀਤੀ ਹੈ ਵੀ ਫਾਰਸੀ 'ਚ ਉਹਨਾਂ ਨੇ ਜਫਰਨਾਮਾ ਲਿਖਿਆ ਸੀ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀ ਗੱਲ ਕਰੀਏ, ਉਸ ਸਮੇਂ ਕਿਹੜੀ ਭਾਸ਼ਾਵਾਂ ਲਿਖੀਆਂ ਜਾਂਦੀਆਂ ਸਨ? ਮੇਨਲੀ ਪੰਜਾਬੀ ਭਾਸ਼ਾ ਬੋਲਚਾਲ ਚਾਹੁੰਦੀ ਸੀ, ਲੇਕਿਨ ਲਿਖਣ ਪੜ੍ਹਨ ਦੀ ਜਿਹੜੀ ਇਲਮੀ ਜ਼ੁਬਾਨ ਸੀ, ਲਿਟਰੇਰੀ ਜਿਹੜੀ ਲੈਂਗੁਏਜ ਕਹਿ ਸਕਦੇ ਹਾਂ, ਸ਼ਾਹਾਂ ਦੇ, ਬਾਦਸ਼ਾਹਾਂ ਦੇ, ਰਾਜਿਆਂ ਮਹਾਰਾਜਾਂ ਦੇ ਦਰਬਾਰਾਂ 'ਚ ਜਿਹੜੀ ਪ੍ਰਚਲਿਤ ਸੀ ਉਹ ਪਰਸ਼ੀਅਨ ਸੀ। ਪਰ ਮਹਾਰਾਜਾ ਰਣਜੀਤ ਸਿੰਘ ਦੀ ਵੀ ਸਰਕਾਰੀ ਜ਼ੁਬਾਨ ਪਰਸ਼ੀਅਨ ਸੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਰਸ਼ੀਅਨ ਦੇ ਬਹੁਤ ਵੱਡੇ ਵਿਦਵਾਨ ਸੀ। ਉਹਨਾਂ ਦੇ ਜਿਹੜੇ 52 ਕਵੀ ਮੰਨੇ ਜਾਂਦੇ ਹਨ, ਉਹਦੇ 'ਚ ਪਰਸ਼ੀਅਨ ਦੇ ਵੱਡੇ ਵੱਡੇ ਕਵੀ ਔਰ ਵਿਦਵਾਨ ਮੌਜੂਦ ਸੀ। ਖੁਦ ਜਿਹੜੇ ਨੰਦ ਲਾਲ ਜੀ ਗੋਇਆ, ਜਿਨ੍ਹਾਂ ਨੂੰ ਸਾਰਾ ਪੰਥ ਜਾਣਦਾ ਹੈ, ਜਿਨ੍ਹਾਂ ਦੀਆਂ ਉਚਰੀਆਂ ਹੋਈਆਂ ਗਜ਼ਲਾਂ ਤੇ ਉਹਨਾਂ ਦੇ ਲਿਖੇ ਹੋਏ ਵਾਕ ਜਿਹੜੇ ਹਨ ਪੰਜਾਬੀ ਔਰ ਸਿੱਖ ਇਤਿਹਾਸ 'ਚ ਅਹਿਮ ਤਰੀਨ ਥਾਂ ਰੱਖਦੇ ਹਨ, ਉਹ ਖੁਦ ਪਰਸ਼ੀਅਨ ਦੇ ਵਿਦਵਾਨ ਸੀ। ਹੁਣ ਗੱਲ ਕਰੀਏ, ਇਹ ਤਾਂ ਇੱਕ ਕਿਤਾਬ ਹੋ ਗਈ, ਹੁਣ ਇਹ ਕਿਹੜੀ ਭਾਸ਼ਾ ਵਿੱਚ ਹੈ ਜੀ? ਇਹ ਦੀ ਗੱਲ ਕਰੀਏ ਇਹ ਅਰਬੀ ਭਾਸ਼ਾ 'ਚ, ਅਰਬੀ ਜ਼ੁਬਾਨ 'ਚ ਹੈ। ਜਿਹੜੇ ਲੱਖਾਂ ਕਰੋੜਾਂ ਲੋਕੀ ਬੋਲਦੇ ਹਨ, ਉਹਨਾਂ ਦੀ ਮਾਦਰੀ ਜ਼ੁਬਾਨ ਹੈ। ਪੂਰਾ ਅਰਬੀ ਜਗਤ ਇਹਨੂੰ ਮੰਨ ਰਿਹਾ ਹੈ। ਇਹ ਬੜੀ ਪੁਰਾਣੀ ਸੰਸਕ੍ਰਿਤ ਵਾਂਗ ਪੁਰਾਣੀਆਂ ਭਾਸ਼ਾਵਾਂ 'ਚ ਇਹ ਹਿਬਰੂ, ਅਰੈਬਿਕ ਤੇ ਸੰਸਕ੍ਰਿਤ, ਇਹ ਤਿੰਨ ਪੁਰਾਣੀਆਂ ਭਾਸ਼ਾਵਾਂ 'ਚ ਜਿਹੜੀਆਂ ਹਜ਼ਾਰਾਂ ਸਾਲਾਂ ਤੋਂ ਚੱਲੀਆਂ ਆ ਰਹੀਆਂ ਹਨ, ਉਹਨਾਂ ਸ਼ਾਮਲ ਹੈ। ਅਰਬੀ ਜ਼ੁਬਾਨ ਹੈ। ਕੁਰਾਨ 1450 ਸਾਲ ਪਹਿਲਾਂ ਇਸੇ ਭਾਸ਼ਾ 'ਚ ਅਵਤਰਿਤ ਹੋਇਆ ਸੀ। ਇਹ ਅਰਬੀ ਭਾਸ਼ਾ ਹੈ। ਇਹ ਨੀਚੇ ਵਾਲੀ ਜੋ ਸਭ ਤੋਂ ਵੱਡੀ ਕਿਤਾਬ ਹੈ, ਇਹ 'ਚ ਹੁਣ ਕਿਹੜੀ ਭਾਸ਼ਾਵਾਂ ਲਿਖੀਆਂ ਨੇ? ਇਹ ਮੂਲ ਅਰਬੀ ਭਾਸ਼ਾ ਹੈ, ਉਹਦਾ ਅਨੁਵਾਦ ਪੰਜਾਬੀ ਵਾਰਤਕ 'ਚ ਹੈ, ਸ਼ਾਹਮੁਖੀ ਲਿਪੀ 'ਚ। ਇਹ ਕਿੰਨੇ ਸਾਲ ਪੁਰਾਣੀ ਹੈ? ਇਹ ਵੀ 100 ਸਾਲ ਨੂੰ ਢੁੱਕ ਰਹੀ ਹੈ। ਅੱਛਾ, 100 ਸਾਲ ਦੀ ਪਹਿਲਾਂ ਦੀ ਗੱਲ ਕਰਨੇ ਆ ਤੁਸੀਂ। ਮੈਂ ਪੰਜਾਬੀ ਗੁਰਮੁਖੀ ਤੇ ਵੀ ਆਉਂਗਾ, 35 ਅੱਖਰ ਤੇ ਵੀ ਆਉਂਗਾ। 100 ਸਾਲ ਪੁਰਾਣੀ ਗੱਲ ਕਰਨੇ ਆ। ਗੁਰਮੁਖੀ ਹੁਣ ਭਾਸ਼ਾ ਹੈਗੀ ਜੋ 35 ਅੱਖਰ ਹੈਗੇ ਨੇ, ਜੋ ਪੜ੍ਹਾਈ ਜਾਂਦੀ ਆ, ਜੋ ਕੰਧਾਂ ਤੇ ਵੀ ਲਿਖੀ ਜਾਂਦੀ ਹੈ, ਕਿ ਜਿਹੜੇ ਪੁਰਾਣੇ ਮੁਸਲਮਾਨ ਸੀ, ਜਦੋਂ ਅਨੁਵਾਦ ਹੁੰਦਾ ਸੀ ਅਰਬਿਕ ਭਾਸ਼ਾ ਦਾ ਜਾਂ ਉਰਦੂ ਦਾ ਹੁੰਦਾ ਸੀ, ਕਿ ਉਹ ਸ਼ਾਹਮੁਖੀ ਦਾ ਵੀ ਨਾਲ ਅਨੁਵਾਦ ਕਰਦੇ ਸੀ, ਜੋ ਪੰਜਾਬੀ ਦੇ ਵਿੱਚ ਲੋਕਾਂ ਨੂੰ ਪਤਾ ਲੱਗ ਸਕੇ। ਉਸ ਕਾਲ 'ਚ ਵੀਰ ਜੀ ਪੰਜਾਬੀ ਅਨੁਵਾਦ ਦਾ ਮਤਲਬ ਹੀ ਸ਼ਾਹਮੁਖੀ ਅਨੁਵਾਦ ਸੀ। ਜਿਹੜੀ ਗੁਰਮੁਖੀ ਲਿਪੀ ਹੈ ਇਹ ਘੱਟ ਪ੍ਰਚਲਿਤ ਸੀ। ਗੁਰਦੁਆਰਿਆਂ 'ਚ, ਧਰਮ ਸਥਾਨਾਂ 'ਚ ਜਾਂ ਕਿਸੇ ਪਾਠਸ਼ਾਲਾ 'ਚ ਬਹੁਤ ਘੱਟ ਪ੍ਰਚਲਿਤ ਸੀ। ਸਾਰਾ ਪੰਜਾਬ ਸ਼ਾਹਮੁਖੀ 'ਚ ਹੀ ਲਿਖਦਾ ਸੀ। ਜਿੰਨੀ ਸ਼ਾਹਾਂ ਦੀ ਉਚਰੀ ਭਾਸ਼ਾ ਹੈ, ਕਿੱਸਾ ਕਾਵ ਹੈ, ਸੂਫੀ ਕਾਵ ਹੈ, ਇਤਿਹਾਸਕ ਚੀਜ਼ਾਂ ਹਨ, ਉਹ ਸਾਰੀਆਂ ਸ਼ਾਹਮੁਖੀ 'ਚ ਹਨ। ਇੱਥੇ ਤੱਕ ਵਿਦਵਾਨ ਇਹ ਵੀ ਮੰਨਦੇ ਹਨ, ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਇਸ ਗੱਦੀ 'ਚ ਹਾਜ਼ਰ ਹੋਏ ਸੀ, ਸ਼ਾਇਦ ਚੌਥੀ ਪੰਜਵੀਂ ਪੀੜ੍ਹੀ ਸੀ ਬਾਬਾ ਸ਼ੇਖ ਫਰੀਦ ਦੀ, ਉਹ ਫਰੀਦ ਸਾਨੀ ਨੇ ਜਿਹੜੇ ਸ਼ਲੋਕ ਉਸ ਵੇਲੇ ਇਨਾਇਤ ਕੀਤੇ ਸੀ ਗੁਰੂ ਮਹਾਰਾਜ ਨੂੰ, ਪਹਿਲੀ ਪਾਤਸ਼ਾਹੀ ਨੂੰ, ਉਹ ਵੀ ਸ਼ਾਹਮੁਖੀ 'ਚ ਸੀ। ਤਾਂ ਸ਼ਾਹਮੁਖੀ ਲਿਪੀ ਦਾ ਹੀ ਪ੍ਰਚਲਨ ਸੀ। ਸ਼ਾਹਮੁਖੀ ਦਾ ਮਤਲਬ ਹੈ ਪੰਜਾਬੀ, ਪੰਜਾਬੀ ਦਾ ਮਤਲਬ ਸੀ ਸ਼ਾਹਮੁਖੀ। ਇਹ ਤਾਂ ਹੁਣ 20ਵੀਂ ਸਦੀ ਦੇ ਵਿੱਚ ਸ਼ਾਹਮੁਖੀ ਦੇ ਨਾਲ ਨਾਲ ਗੁਰਮੁਖੀ ਲਿਪੀ ਪ੍ਰਚਲਿਤ ਹੋਈ। ਆਜ਼ਾਦੀ ਤੋਂ ਬਾਅਦ ਫਿਰ ਸਾਡੇ ਪੰਜਾਬ ਨੇ ਸੰਨ 67 'ਚ ਆਪਣੇ ਲਛਮਣ ਸਿੰਘ ਗਿੱਲ ਦੇ ਦੌਰ 'ਚ ਪੰਜਾਬੀ ਜ਼ੁਬਾਨ ਨੂੰ ਬਾਕਾਇਦਾ ਪੰਜਾਬ ਦੀ ਸਰਕਾਰੀ ਜ਼ੁਬਾਨ ਬਣਾਇਆ। ਫਿਰ ਗੁਰਮੁਖੀ ਜਿਹੜੀ ਲਿਪੀ ਹੈ ਪ੍ਰਚਲਿਤ ਹੋ ਗਈ, ਕੋਈ ਠਿਕਾਣਾ ਹੀ ਨਹੀਂ। ਹੁਣ ਸਾਡਾ ਬੱਚਾ ਸਾਡਾ ਘਰ ਘਰ ਗੁਰਮੁਖੀ ਲਿਪੀ ਲਿਖ ਰਿਹਾ ਹੈ। ਲੇਕਿਨ ਜਿਹੜਾ ਲਹਿੰਦੇ ਪਾਰਲਾ ਪੰਜਾਬ ਹੈ, ਉਹ ਗੁਰਮੁਖੀ ਲਿਪੀ ਬਹੁਤ ਘੱਟ ਜਾਣਦਾ, 1% ਵੀ ਨਹੀਂ ਜਾਣਦਾ। ਉਹ ਸਾਰਾ ਲਾਭਾਡਿਓ ਸ਼ਾਹਮੁਖੀ ਲਿਪੀ ਲਿਖਦਾ ਹੈ। ਉਹੀ ਇਲਮੀ ਭਾਸ਼ਾ ਹੈ। ਪੰਜਾਬ ਯੂਨੀਵਰਸਿਟੀ 'ਚ PhDਆਂ ਹੁੰਦੀਆਂ ਹਨ, ਬੜੀਆਂ ਬੜੀਆਂ ਡਿਗਰੀਆਂ ਲੈਂਦੇ ਹਨ ਲੋਕੀ ਪੰਜਾਬੀ। ਉਹ ਗੁਰਮੁਖੀ ਲਿਪੀ ਨਹੀਂ ਜਾਣਦੇ, ਉਹ ਸ਼ਾਹਮੁਖੀ ਲਿਪੀ ਹੋਈ ਹੈ। ਇਹ ਜਿਹੜੀ ਸ਼ਾਹਮੁਖੀ ਲਿਪੀ ਆ, ਉਹ ਵੀ ਖੱਬੇ ਪਾਸੇ ਸ਼ੁਰੂ ਹੁੰਦੀ ਹੈ? ਨਹੀਂ, ਸੱਜੇ ਪਾਸੇ ਸ਼ੁਰੂ ਹੁੰਦੀ ਹੈ। ਅਰਬੀ ਭਾਸ਼ਾ, ਪਰਸ਼ੀਅਨ ਭਾਸ਼ਾ ਤੇ ਸ਼ਾਹਮੁਖੀ ਲਿਪੀ ਜਿਹੜੀ ਪੰਜਾਬੀ ਭਾਸ਼ਾ ਦੀ ਹੈ, ਉਹ ਸੱਜਿਓਂ ਖੱਬੇ ਨੂੰ ਜਾਂਦੀਆਂ ਹਨ। ਜਿਵੇਂ ਸਿੰਧੀ ਭਾਸ਼ਾ ਹੈ, ਉਹਦੀ ਲਿਪੀ ਵੀ ਸੱਜਿਓਂ ਖੱਬੇ ਨੂੰ ਜਾਂਦੀ ਹੈ। ਕਸ਼ਮੀਰੀ ਭਾਸ਼ਾ ਹੈ, ਉਹਦੀ ਲਿਪੀ ਵੀ ਸੱਜਿਓਂ ਖੱਬੇ। ਇਹ ਤਿੰਨ ਭਾਸ਼ਾਵਾਂ, ਸਿੰਧੀ, ਪੰਜਾਬੀ ਤੇ ਕਸ਼ਮੀਰੀ, ਇਹ ਆਪਣੇ ਭਾਰਤ ਦੀਆਂ ਤਿੰਨ ਜਿਹੜੀਆਂ ਰਾਸ਼ਟਰ ਭਾਸ਼ਾਵਾਂ ਹਨ, ਉਹ ਸੱਜਿਓਂ ਖੱਬੇ ਚੱਲਦੀਆਂ ਹਨ। ਹੁਣ ਜੇ ਗੱਲ ਕਰੀਏ, ਜਿਵੇਂ ਤਿੰਨ ਭਾਸ਼ਾਵਾਂ ਤੇ ਤੁਸੀਂ ਜ਼ਿਕਰ ਕੀਤਾ ਹੈ, ਇਹ ਮੇਲ ਖਾਂਦੀਆਂ ਨੇ ਆਪਸ ਦੇ ਵਿੱਚ, ਫਿਰ ਇਹ ਕਿਵੇਂ ਇੱਕ ਦੂਸਰੇ ਨਾਲ ਵੀ ਸ਼ਾਹਮੁਖੀ ਦੀ ਗੱਲ ਕਰ ਲਈਏ, ਉਰਦੂ ਦੀ ਗੱਲ ਕਰ ਲਈਏ, ਇਹ ਫਿਰ ਕਿਵੇਂ ਅਲੱਗ-ਅਲੱਗ ਹੋ ਕੇ ਤਿੰਨ ਬਣ ਗਈਆਂ ਨੇ? ਇਹ ਤਾਂ ਭਾਸ਼ਾਵਾਂ ਆਪਣੇ ਖਿੱਤਿਆਂ 'ਚ ਅਲੱਗ-ਅਲੱਗ ਹਨ। ਕਸ਼ਮੀਰੀ ਅਲੱਗ ਹੈ, ਆਪਾਂ ਨਹੀਂ ਜਾਣ ਸਕਦੇ। ਸਿੰਧੀ ਅਲੱਗ ਹੈ, ਆਪਾਂ ਉਹਨੂੰ ਨਹੀਂ ਜਾਣ ਸਕਦੇ। ਆਪਾਂ ਤਾਂ ਇਸ ਧਰਤੀ ਦੀ ਜਿਹੜੀ ਭਾਸ਼ਾ ਹੈ, ਇਹਦੀ ਲਿਪੀ ਹੈ ਸ਼ਾਹਮੁਖੀ, ਗੁਰਮੁਖੀ ਔਰ ਪੰਜਾਬੀ, ਆਪਾਂ ਤਾਂ ਇਹੀ ਜਾਣਦੇ ਹਾਂ। ਕਸ਼ਮੀਰੀ ਆਪਾਂ ਨਹੀਂ ਸਮਝ ਸਕਦੇ, ਸਿੰਧੀ ਆਪਣੇ ਪੱਲੇ ਨਹੀਂ ਪੈਣੀ, ਪੰਜਾਬੀ ਪੱਲੇ ਪਊ ਭਾਵੇਂ ਸ਼ਾਹਮੁਖੀ 'ਚ ਹੋਵੇ ਜਾਂ ਗੁਰਮੁਖੀ 'ਚ ਹੋਵੇ, ਉਹ ਸਾਡੇ ਦਿਲ ਦੀ ਆਵਾਜ਼ ਹੈ। ਮੈਂ ਤੁਹਾਨੂੰ ਇੱਕ ਕਿਤਾਬ ਪੁੱਛੀ, ਤੁਸੀਂ ਕਿਹਾ ਵੀ ਤੁਹਾਨੂੰ ਉਹ ਮਿਲਣੀ ਨਾ ਉਰਦੂ 'ਚ ਮਿਲਣੀ, ਨਾ ਪੰਜਾਬੀ 'ਚ ਮਿਲਣੀ, ਨਾ ਇੰਗਲਿਸ਼, ਨਾ ਹਿੰਦੀ ਵਿੱਚ। ਉਹ ਸ਼ਾਹਮੁਖੀ ਜਾਂ ਅਰਬਿਕ ਭਾਸ਼ਾ ਤੁਸੀਂ ਕਿਹਾ ਮਿਲੇਗੀ। ਫਿਰ ਲੱਗਦਾ ਵੀ ਸਾਨੂੰ
ਜੇ ਇਤਿਹਾਸ ਦੀ ਕਿਤਾਬਾਂ ਲੈਣੀਆਂ ਹੋਣਗੀਆਂ ਜੋ ਨਹੀਂ ਕਨਵਰਟ ਹੋਈਆਂ, ਉਰਦੂ ਤੋਂ ਪੰਜਾਬੀ 'ਚ ਨਹੀਂ ਹੋਈਆਂ, ਜਾਂ ਸ਼ਾਹਮੁਖੀ 'ਚੋਂ ਪੰਜਾਬੀ 'ਚ ਨਹੀਂ ਹੋਈਆਂ, ਜਾਂ ਹਿੰਦੀ 'ਚ ਜਾਂ ਇੰਗਲਿਸ਼ 'ਚ ਨਹੀਂ ਹੋਈਆਂ, ਤਾਂ ਇਹ ਵੀ ਜਾਣਨਾ ਜ਼ਰੂਰੀ ਹੈ। ਸਾਡੀ ਭਾਸ਼ਾਵਾਂ ਦਾ ਇਹਦਾ ਵੀ ਗਿਆਨ ਹੋਣਾ ਚਾਹੀਦਾ ਜੇ ਆਪਾਂ ਅੱਗੇ ਜਾ ਕੇ ਇਤਿਹਾਸ ਨੂੰ ਪੜ੍ਹਨਾ ਚਾਹੁੰਦੇ ਆ ਜਾਂ ਹੋਰ ਖੋਜਣਾ ਚਾਹੁੰਦੇ ਆ। ਹਾਂ, ਭਾਸ਼ਾਵਾਂ ਦੇ ਜਿਹੜੇ ਬਾਕਾਇਦਾ ਵਿਭਾਗ ਬਣੇ ਹੋਏ ਹਨ। ਪੰਜਾਬੀ ਯੂਨੀਵਰਸਿਟੀ ਦੀ ਤਾਂ ਉਪਜ ਹੀ ਪੰਜਾਬੀ ਭਾਸ਼ਾ ਤੇ ਇਸ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਹੋਈ ਹੈ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਜਿਹੜਾ ਪੰਜਾਬੀ ਵਿਭਾਗ ਹੈ ਉਹਦੇ 'ਚ ਬਾਕਾਇਦਾ ਇੱਕ ਸ਼ਾਹਮੁਖੀ ਸੈਕਸ਼ਨ ਹੈ, ਜਿਹਦੇ ਜਤਿੰਦਰਪਾਲ ਸਿੰਘ ਜੀ ਜੌਲੀ ਆਪਣੇ ਵੇਲੇ 'ਚ 20-25 ਸਾਲ ਪਹਿਲਾਂ ਤੱਕ ਉਹਦੇ ਮੁਖੀ ਹੋਇਆ ਕਰਦੇ ਸੀ। ਉਹ ਬਾਕਾਇਦਾ ਉੱਥੇ ਰਿਸਰਚ ਇਹਦੇ ਪਰ ਹੋ ਰਹੀ ਹੈ। ਸ਼ਾਹਮੁਖੀ ਨੂੰ ਉਹ ਸਾਰਾ ਵਿਰਸਾ ਇੱਧਰ ਗੁਰਮੁਖੀ 'ਚ ਲਿਆਉਣ ਲਈ ਉਹ ਕੰਮ ਕਰ ਰਹੇ ਹਨ, ਤੇ ਤਾਂ ਕਿ ਅਸੀਂ ਆਪਣੇ ਸਾਰੇ ਉਸ ਵਿਰਸੇ ਤੋਂ ਜਾਣੂ ਹੋ ਸਕੀਏ। ਹੁਣ ਹੀਰ ਹਜ਼ੂਰ ਜਿਹਦੇ ਪਰ ਸਾਰਾ ਪੰਜਾਬੀ ਇਲਾਕਾ ਮਰ ਮਿਟਦਾ ਹੈ, ਹੀਰ ਕਾਹਦੇ 'ਚ ਹੈ? ਗੁਰਮੁਖੀ 'ਚ ਨਹੀਂ ਹੈ ਹੀਰ। ਮੂਲ ਹੀਰ ਜਿਹੜੀ ਹੈ, ਹੀਰ ਵਾਰਿਸ ਉਹਦਾ ਨਾਂ ਹੈ। ਹੀਰ ਵਾਰਿਸ ਕਾਹਦੇ 'ਚ ਮਿਲਦੀ ਹੈ? ਸ਼ਾਹਮੁਖੀ 'ਚ ਮਿਲਦੀ ਹੈ। ਸਾਡਾ ਪੰਜਾਬੀ ਭਾਈਚਾਰਾ ਜਿਹਦੇ ਪਰ ਮਰ ਮਿਟਿਆ ਹੈ, ਲੱਟੂ ਹੋਇਆ ਹੈ, ਉਹ ਹੀਰ ਵੀ ਇਹਦੇ 'ਚ ਹੀ ਮਿਲਦੀ ਹੈ। ਤੁਸੀਂ ਹੁਣ ਜ਼ਿਕਰ ਕਰ ਰਹੇ ਸੀ ਕਿ ਭਾਸ਼ਾ ਜਿਹੜੀ ਹੈਗੀ ਪਹਿਰਾਵੇ ਦਾ ਨਾਲ ਨਹੀਂ ਹੈ। ਜੇ ਕੋਈ ਤੁਸੀਂ ਜਿਵੇਂ ਹੁਣ ਮੁਸਲਮਾਨ ਹੋ, ਤੁਹਾਡੀ ਇਹ ਚੀਜ਼ ਨਹੀਂ ਜੋੜੀ ਜਾ ਸਕਦੀ ਵੀ ਤੁਸੀਂ ਉਰਦੂ ਹੀ ਜਾਣਦੇ ਹੋ। ਕੀ ਵਾਕਈ ਅੱਜ ਕੱਲ੍ਹ ਦੀ ਗੱਲ ਕਰੀਏ ਵੀ ਭਾਸ਼ਾ ਨੂੰ ਪਹਿਰਾਵੇ ਦੇ ਨਾਲ ਜੋੜ ਦਿੱਤਾ ਗਿਆ, ਵੀ ਜੇ ਕਿਸ ਦਾ ਪਹਿਰਾਵਾ ਹੈਗਾ ਆਪਣੇ ਮਨ ਵਿੱਚ ਆ ਜਾਂਦਾ, ਜੇ ਕੋਈ ਪੱਗ ਬੰਨੀ ਹੈ, ਕੋਈ ਸਿੱਖ ਆ ਪੰਜਾਬੀ ਜਾਣਦਾ ਹੋਊਗਾ, ਕਿ ਪਹਿਰਾਵੇ ਨਾਲ ਜੋੜ ਦਿੱਤਾ ਗਿਆ। ਜਿਹੜੀਆਂ ਕੁਝ ਭਾਸ਼ਾਵਾਂ ਇੱਦਾਂ ਦੀਆਂ ਹਨ ਜਿਹੜੀਆਂ ਘੱਟ ਗਿਣਤੀਆਂ 'ਚ ਜ਼ਿਆਦਾ ਪ੍ਰਚਲਿਤ ਹਨ। ਪੰਜਾਬੀ ਜਿਹੜੀ ਹੈ ਖਾਸ ਕਰਕੇ ਗੁਰਮੁਖੀ ਲਿਪੀ ਨਾਲ ਉਹ ਸਿੱਖ ਧਰਮ ਦੇ ਜਿਹੜੇ ਅਨੁਆਈ ਹਨ, ਜਿਹੜੇ ਸਿੱਖ ਭਰਾ ਹਨ, ਉਹਨਾਂ 'ਚ ਜ਼ਿਆਦਾ ਪ੍ਰਚਲਿਤ ਹੈ। ਇਸ ਕਰਕੇ ਚਾਲਬਾਜ਼ ਲੋਕਾਂ ਨੇ ਇਹਨੂੰ ਸਿੱਖਾਂ ਦੀ ਭਾਸ਼ਾ ਬਣਾਉਣ ਖਾਤਰ, ਪ੍ਰਚਾਰਨ ਖਾਤਰ ਬੜੀਆਂ ਸਾਜ਼ਿਸ਼ਾਂ ਰਚੀਆਂ, ਲੇਕਿਨ ਉਹ ਨਾਕਾਮ ਰਹੇ। ਇਸੇ ਤਰ੍ਹਾਂ ਉਰਦੂ ਭਾਸ਼ਾ ਜਿਹੜੀ ਹੈ ਉਹਨੂੰ ਮੁਸਲਮਾਨਾਂ ਨਾਲ ਜੋੜਨ ਦੀ ਬੜੀ ਕੋਸ਼ਿਸ਼ ਕੀਤੀ, ਲੇਕਿਨ ਉਹ ਵੀ ਇਹਦੇ 'ਚ ਨਾਕਾਮ ਰਹੇ। ਇਹਦੇ 'ਚ ਉਹਨਾਂ ਇੱਕ ਤੀਰ ਨਾਲ ਦੋ ਸ਼ਿਕਾਰ ਕਰਦੇ ਸੀ। ਘੱਟ ਗਿਣਤੀਆਂ ਨੂੰ ਹੇਠਾਂ ਲਿਆਉਣਾ ਹੈ, ਇਹਨਾਂ ਭਾਸ਼ਾਵਾਂ ਨੂੰ ਹੇਠਾਂ ਲਿਆਉਣਾ ਹੈ, ਇਹਨਾਂ ਨੂੰ ਅੱਗੇ ਖਾਤਰ ਨੁਕਸਾਨ ਪਹੁੰਚਾਉਣਾ ਹੈ। ਜਿਵੇਂ ਉਰਦੂ ਨੂੰ ਨੁਕਸਾਨ ਪਹੁੰਚਾਉਣ ਲਈ ਮੁਸਲਮਾਨਾਂ ਦੀ ਭਾਸ਼ਾ ਪ੍ਰਚਲਿਤ ਕਰਾਇਆ ਗਿਆ, ਸਾਜ਼ਿਸ਼ਾਂ ਦੇ ਤਹਿਤ ਪ੍ਰਚਾਰਿਆ ਗਿਆ, ਸਿੱਖ ਨੂੰ ਪੰਜਾਬੀ ਨੂੰ ਸਿੱਖਾਂ ਨਾਲ ਜੋੜਿਆ ਗਿਆ। ਤੇ ਇਹ ਤਾਂ ਚਾਲਾਂ ਉਹਨਾਂ ਲੋਕਾਂ ਦੀਆਂ ਹਨ ਜਿਹੜੇ ਤੰਗ ਸੋਚ ਵਾਲੇ ਹਨ। ਭਾਸ਼ਾ ਦੀ ਜੋ ਗੱਲ ਕਰਨੀ ਹੈ ਵੀ ਭਾਸ਼ਾ ਕਿਸੇ ਦੀ ਮੁਹਤਾਜ ਨਹੀਂ, ਕੋਈ ਵਿਅਕਤੀ ਸਿੱਖ ਸਕਦਾ, ਕੋਈ ਵੀ ਚਾਹੇ ਵਿਅਕਤੀ ਹੈ, ਕਿ ਕਿਸੇ ਵੀ ਰੂਪ ਵਿੱਚ ਹੋਵੇ, ਉਸਦਾ ਪਹਿਰਾਵਾ ਜਾਂ ਉਸਦੀ ਜਾਤ ਨਾਲ ਕੋਈ ਸੰਬੰਧ ਨਹੀਂਗਾ ਭਾਸ਼ਾ ਦਾ। ਫਿਰ ਲੱਗਦਾ ਵੀ ਭਾਸ਼ਾ ਦੇ ਨਾਂ ਦੇ ਉੱਤੇ, ਜਿਵੇਂ ਪੰਜਾਬੀ ਭਾਸ਼ਾ ਦੀ ਗੱਲ ਕਰ ਲਈਏ, ਪੰਜਾਬੀ ਫਿਰ ਕੋਈ ਪੰਜਾਬ 'ਚ ਜਾਂਦਾ ਉਹਨੂੰ ਕਦੇ ਪੰਜਾਬੀ ਭਾਸ਼ਾ ਜਾਣਦਾ ਹੋਊਗਾ, ਉਹਨੂੰ ਇਹ ਨਹੀਂ ਪਤਾ ਵੀ ਸ਼ਾਇਦ ਅਰਬਿਕ ਵੀ ਜਾਣਦਾ ਹੋਊਗਾ। ਜਿਵੇਂ ਤੁਸੀਂ ਹੋ, ਤੁਸੀਂ ਚਲੇ ਜਾਂਦੇ ਹੋ, ਤੁਹਾਡੇ ਪਹਿਲੀ ਜ਼ਿਹਨ 'ਚ ਆ ਜਾਊਗਾ ਵੀ ਤੁਸੀਂ ਅਰਬਿਕ ਭਾਸ਼ਾ ਜਾਂ ਉਰਦੂ ਭਾਸ਼ਾ ਨਾਲ ਹੀ ਜੁੜੇ ਹੋਗੇ, ਤੁਹਾਨੂੰ ਪੰਜਾਬੀ ਨਹੀਂ ਆਉਂਦੀ। ਤੁਸੀਂ ਪੰਜਾਬੀ ਵਿੱਚ ਜਦ ਕਿ ਅਨੁਵਾਦ ਵੀ ਕੀਤਾ ਹੋਇਆ ਅਰਬਿਕ ਭਾਸ਼ਾ ਜਾਂ ਫਾਰਸੀ ਭਾਸ਼ਾ ਤੋਂ, ਤੁਸੀਂ ਕੁਰਾਨ ਸ਼ਰੀਫ ਵੀ ਪੰਜਾਬੀ 'ਚ ਲਿਖੀ ਹੈ। ਭਾਸ਼ਾ ਨੂੰ ਲੈ ਕੇ ਕਿ ਵਾਕਈ ਹੀ ਕਿਤੇ ਨਾ ਕਿਤੇ ਟਾਰਗੇਟ ਹੁੰਦਾ ਵਿਅਕਤੀ ਜਾਂ ਟਾਰਗੇਟ ਕੀਤਾ ਜਾਂਦਾ ਮੈਜੋਰਟੀ ਨੂੰ? ਹਾਂ, ਬਿਲਕੁਲ ਹੁੰਦਾ ਹੈ, ਬਿਲਕੁਲ ਹੁੰਦਾ ਹੈ। ਕਿ ਇਮੇਜ ਜਿਹੜੀ ਬਣਾ ਦਿੱਤੀ ਗਈ ਹੈ ਨਾ, ਤੰਗ ਇਮੇਜ, ਵੀ ਜਿਹਦੇ ਸਿਰ ਤੇ ਟੋਪੀ ਹੋਊਗੀ ਔਰ ਜਿਹਦੇ ਚਿਹਰੇ ਤੇ ਦਾੜੀ ਹੋਊਗੀ, ਉਹ ਕਮੀਜ਼ ਪਜਾਮਾ ਪਹਿਨਿਆ ਹੋਊਗਾ, ਵੀ ਉਹ ਲਾਜ਼ਮੀ ਉਰਦੂ ਵਾਲਾ ਹੀ ਹੋਊਗਾ। ਮੇਰੇ ਨਾਲ ਤਾਂ ਕਈ ਵਾਰ ਇਦਾਂ ਦੇ ਲਤੀਫੇ ਹੁੰਦੇ ਆ, ਉਹ ਬੰਦਾ ਮੇਰੇ ਨਾਲ ਉਰਦੂ 'ਚ ਗੱਲ ਕਰ ਰਿਹਾ, ਮੈਨੂੰ ਖਿਜਾ ਆ ਰਹੀ ਹੈ, ਮੈਂ ਉਹਦੇ ਨਾਲ ਪੰਜਾਬੀ 'ਚ ਜਵਾਬ ਦੇ ਰਿਹਾ। ਉਹ ਯਾਰ ਮੈਂ ਕਹਿੰਦਾ ਯਾਰੋ ਅਸੀਂ ਪੰਜਾਬੀ ਆ, ਉਹ ਸਾਡੇ 'ਚ ਪੰਜਾਬੀ ਨਾਲ ਗੱਲ, ਉਹ ਵੀ ਹੱਸਦਾ, ਮੈਂ ਵੀ ਹੱਸਦਾ ਹਾਂ। ਤੇ ਮੇਰੇ ਕਾਕੇ ਸਵਾਲ ਹੈ ਕਿ ਕਿੰਨੀਆਂ ਭਾਸ਼ਾਵਾਂ ਦਾ ਤੁਹਾਨੂੰ ਗਿਆਨ ਹੈ ਜੇ ਭਾਸ਼ਾ ਦੀ ਗੱਲ ਕਰ ਲਈਏ? ਵਿਜੇ ਜੀ, ਮੂਲ ਰੂਪ ਵਿੱਚ ਮੈਂ ਪੰਜਾਬੀ ਹਾਂ। ਮੈਨੂੰ ਥੋੜ੍ਹੀ ਬਹੁਤ ਕੋਈ ਦੂਜੀਆਂ ਭਾਸ਼ਾਵਾਂ ਆਉਂਦੀਆਂ ਹਨ, ਮੈਂ ਉਹਨਾਂ ਨੂੰ ਕੋਈ ਇੰਨਾ ਉਹ ਨਹੀਂ ਕਰਦਾ। ਮੈਂ ਪੰਜਾਬੀ ਹਾਂ, ਪੰਜਾਬੀ ਬੋਲੀ ਹੈ, ਪੰਜਾਬੀ ਪਹਿਰਾਵਾ ਹੈ, ਪੰਜਾਬੀ ਰਹਿਣੀ ਬਹਿਣੀ ਹੈ, ਪੰਜਾਬੀ ਮੁਹਾਵਰਾ ਹੈ, ਔਰ ਪੰਜਾਬੀ ਮਾਂ ਦਾ ਹੀ ਦੁੱਧ ਚੁੰਘਿਆ ਹੈ, ਪੰਜਾਬੀ ਗੁੜਤੀ ਮਿਲੀ ਹੈ। ਮੈਂ ਤਾਂ ਬੇਸਿਕਲੀ ਪੰਜਾਬੀ ਹਾਂ, ਮੈਂ ਭਾਈ ਸਾਹਿਬ ਹੋਰ ਕੁਝ ਨਹੀਂ ਹਾਂ, ਪੰਜਾਬੀ ਮੁਸਲਮਾਨ ਹਾਂ। ਹੁਣ ਜਿਵੇਂ ਜ਼ਿਕਰ ਕੀਤਾ ਤੁਸੀਂ ਕਿਤਾਬਾਂ ਦਾ ਵੀ ਕੋਈ 100 ਸਾਲ ਪੁਰਾਣੀ ਹੈ, ਕੋਈ 125 ਸਾਲ ਪੁਰਾਣੀ ਹੈ। ਜਦੋਂ ਆਪਾਂ ਸ਼ਾਹਮੁਖੀ ਦੀ ਗੱਲ ਕਰਨੇ ਆ, ਲਿਖਣ ਦੀ ਗੱਲ ਕਰਨੇ ਸ਼ਾਹਮੁਖੀ ਦੀ, ਤੁਸੀਂ ਕਹਿ ਰਹੇ ਹੋ ਵੀ ਆਪਾਂ ਹੁਣ ਜ਼ਿਕਰ ਵੀ ਕਰ ਰਹੇ ਹਾਂ ਵੀ ਭਾਸ਼ਾ ਜਿਹੜੀ ਹੈ ਉਹ ਧਾਰਮਿਕ ਪੱਖੋਂ ਕਿਸੇ ਨੂੰ ਵੀ ਲੈ ਕੇ ਉਹ ਉੱਪਰ ਕੋਈ ਕੰਟਰੋਵਰਸੀ ਨਹੀਂ ਕਰਨੀ ਚਾਹੀਦੀ। ਭਾਸ਼ਾ ਜਿਹੜੀ ਸਭ ਦੀ ਹੈ, ਹਰ ਇੱਕ ਵਿਅਕਤੀ ਕਰ ਸਕਦਾ ਹੈ। ਹੁਣ ਸ਼ਾਹਮੁਖੀ ਜੋ ਪੰਜਾਬ ਦੇ ਲੋਕ ਰਹਿੰਦੇ ਨੇ, ਕਿ ਵਾਕਈ ਉਹਨਾਂ ਨੂੰ ਵੀ ਸ਼ਾਹਮੁਖੀ ਤੋਂ ਜਾਣੂ ਹੋਣਾ ਪੈਣਾ ਜਾਂ ਜਾਣੂ ਕਰਵਾਉਣਾ ਚਾਹੀਦਾ ਸਰਕਾਰ ਨੂੰ, ਵੀ ਸ਼ਾਹਮੁਖੀ ਦਾ ਵੀ ਪ੍ਰਚਾਰ ਹੋਣਾ ਚਾਹੀਦਾ, ਵੀ ਸਾਡੇ ਕਈ ਚੀਜ਼ਾਂ ਸ਼ਾਹਮੁਖੀ ਵਿੱਚ ਲਿਖੀਆਂ ਹੋਈਆਂ ਨੇ। ਜਿਵੇਂ ਤੁਸੀਂ ਇਸ ਚੀਜ਼ ਦੀ ਗੱਲ ਕਰ ਰਹੇ ਹੋ, ਸ਼ਾਹਮੁਖੀ ਵਿੱਚ ਲਿਖਿਆ ਹੋਇਆ, ਸ਼ਾਇਰੀ ਵੀ ਪੰਜਾਬੀ ਵਿੱਚ ਸ਼ਾਹਮੁਖੀ 'ਚ ਕੀਤੀ ਹੋਈ ਹੈ, ਕਿ ਵਾਕਈ ਸਾਨੂੰ ਸ਼ਾਹਮੁਖੀ ਤੋਂ ਵੀ ਜਾਣੂ ਹੋਣਾ ਪੈਣਾ? ਹਾਂ ਹਜ਼ੂਰ, ਲਾਜ਼ਮੀ ਹੋਣਾ ਪੈਣਾ। ਆਪਾਂ ਪੰਜਾਬੀ ਹਾਂ, ਤੇ ਆਪਣਾ ਪੰਜਾਬੀ ਭਾਈਚਾਰਾ ਜਿਹੜਾ ਹੈ
ਲਗਭਗ 65-70% ਪੰਜਾਬੀ ਭਾਈਚਾਰਾ ਸ਼ਾਹਮੁਖੀ ਬੋਲੀ ਬੋਲ ਰਿਹਾ ਹੈ, ਸ਼ਾਹਮੁਖੀ ਲਿਪੀ ਲਿਖ ਰਿਹਾ ਹੈ, ਬੋਲ ਰਿਹਾ ਹੈ, ਸਮਝ ਰਿਹਾ ਹੈ। ਅਸੀਂ 20-25-30% ਲੋਕ ਆ ਜਿਹੜੇ ਗੁਰਮੁਖੀ ਲਿਪੀ ਜਾਣਦੇ ਹਾਂ। ਅਸੀਂ ਆਪਸ 'ਚ ਚੜ੍ਹਦੇ ਲਹਿੰਦੇ 'ਚ ਮੇਲ ਮਿਲਾਪ ਜਿਹੜਾ 80 ਸਾਲ ਪਹਿਲਾਂ ਮਾਧੂਮ ਹੋ ਗਿਆ ਸੀ, ਉਹਨੂੰ ਦੁਬਾਰਾ ਨਵੇਂ ਸਿਰੇ ਤੇ ਸ਼ੁਰੂ ਕਰਨ ਲਈ ਸਾਡਾ ਫਰਜ਼ ਬਣਦਾ ਹੈ ਅਸੀਂ ਦੋਨੇ ਲਿਪੀਆਂ ਨੂੰ ਜਾਣੀਏ। ਇਹਦੀਆਂ ਕੋਸ਼ਿਸ਼ਾਂ ਵੀ ਹੋ ਰਹੀਆਂ ਹਨ, ਪੰਜਾਬੀ ਯੂਨੀਵਰਸਿਟੀ ਵੀ ਕੋਸ਼ਿਸ਼ਾਂ ਕਰ ਰਹੀ ਹੈ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵੀ ਕਰ ਰਹੀ ਹੈ। ਮੂਲ ਪੰਜਾਬੀ ਯੂਨੀਵਰਸਿਟੀ ਜਿਹੜੀ ਲਾਹੌਰ 'ਚ ਕਾਇਮ ਹੈ, ਜਿਹੜੀ 125 ਸਾਲ ਪਹਿਲਾਂ ਕਾਇਮ ਹੋ ਰਹੀ ਸੀ, ਉਹ ਗੁਰਮੁਖੀ ਲਿਪੀ ਨੂੰ ਪ੍ਰਚਲਿਤ ਕਰਨ ਲਈ ਲਹਿੰਦੇ ਖਿੱਤੇ ਵਿੱਚ ਇਹ ਕੋਸ਼ਿਸ਼ਾਂ ਕਰ ਰਹੀ ਹੈ ਗੁਰਮੁਖੀ ਲਿਪੀ ਨੂੰ ਪ੍ਰਫੁੱਲਿਤ ਕੀਤਾ ਜਾਵੇ। ਅਸੀਂ ਇੱਧਰ ਪਟਿਆਲਿਓਂ ਤੇ ਅੰਮ੍ਰਿਤਸਰ ਤੋਂ ਇਹ ਹੰਭਲਾ ਮਾਰ ਰਹੇ ਹਾਂ ਵੀ ਸ਼ਾਹਮੁਖੀ ਲਿਪੀ ਨੂੰ ਤੋਂ ਵੀ ਅਸੀਂ ਜਾਣੂ ਹੋਈਏ, ਤਾਂ ਕਿ ਇੱਕ ਦੂਜੇ ਦੀਆਂ ਜਿਹੜੀਆਂ ਰਚਨਾਵਾਂ ਹਨ ਉਹਨਾਂ ਨੂੰ ਸਮਝ ਸਕੀਏ, ਆਪਣਾ ਜਿਹੜਾ ਪੰਜਾਬੀ ਹੈਰੀਟੇਜ ਹੈ ਉਹ ਤੋਂ ਅਸੀਂ ਅਵੇਅਰ ਹੋ ਸਕੀਏ। ਤੁਸੀਂ ਟੀਚਰ ਹੋ, ਰਿਟਾਇਰਡ ਹੋ, ਕੀ ਪੜ੍ਹਾਉਂਦੇ ਸੀ ਬੱਚਿਆਂ ਨੂੰ? ਤੁਸੀਂ ਕਿਹੜੀ ਭਾਸ਼ਾ ਪੜ੍ਹਾਉਂਦੇ ਸੀ? ਮੈਂ ਹਜ਼ੂਰ ਮੂਲ ਰੂਪ ਵਿੱਚ ਪੰਜਾਬੀ ਅਧਿਆਪਕ ਸੀ। ਮੈਂ ਐਲੀਮੈਂਟਰੀ ਟੀਚਰ ਸੀ। ਮੈਂ 8ਵੀਂ ਜਮਾਤ ਤੱਕ ਪੰਜਾਬੀ ਪੜ੍ਹਾਉਣ ਲਈ ਆਥੋਰਾਈਜ਼ ਸੀ, ਲੇਕਿਨ ਮੇਰੇ ਚੰਗੇ ਭਾਗ ਮੈਂ 9ਵੀਂ ਤੇ 10ਵੀਂ ਤੱਕ ਯਾਨੀ ਹਾਈ ਕਲਾਸ 'ਚ ਵੀ ਪੜ੍ਹਾਈ ਪੰਜਾਬੀ, ਤੇ ਬੇਸਿਕਲੀ ਮੈਂ ਉਰਦੂ ਜ਼ਰੀਏ ਤਾਲੀਮ ਤੋਂ ਪੜ੍ਹਿਆ ਸੀ। ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਅਦੀਬ ਫਾਜ਼ਲ ਕੀਤੀ ਸੀ, ਜਿਹੜੀ ਆਨਰਸ ਹੈ ਉਰਦੂ ਦੀ। ਫਿਰ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ ਗਿਆਨੀ ਕਰ ਲਈ ਪੰਜਾਬੀ ਦਾ ਮੇਰੀ ਆਪਣੀ ਬੋਲੀ ਸੀ, ਮੇਰੀ ਆਪਣੀ ਮਾਂ ਬੋਲੀ ਸੀ। ਮੈਂ ਦੋਵੇਂ ਭਾਸ਼ਾਵਾਂ ਪੜ੍ਹਾਈਆਂ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ ਮਲੇਰਕੋਟਲੇ 'ਚ। ਗੁਰਮੁਖੀ ਭਾਸ਼ਾ ਕਦੋਂ ਆਉਂਦੀ ਆ? ਗੁਰਮੁਖੀ ਭਾਸ਼ਾ ਕਦੋਂ ਲਿਆਈ ਜਾਂਦੀ ਹੋਂਦ ਵਿੱਚ ਵੀ ਹੁਣ ਗੁਰਮੁਖੀ ਭਾਸ਼ਾ ਹੀ ਚੱਲੂਗੀ ਪੰਜਾਬ ਦੇ ਵਿੱਚ? ਜਾਂ 35 ਅੱਖਰਾਂ ਦੀ ਗੱਲ ਕਰਨੇ ਆ, 35 ਅੱਖਰ ਦਾ ਫਿਰ ਕਦੋਂ ਅਨੁਵਾਦ ਹੋਇਆ ਸੀ? ਵਿਜੇ ਜੀ, ਇਹ ਤਾਂ ਬਹੁਤ ਪੁਰਾਣੀ ਹੈ। ਜਿਹੜੇ ਭਾਸ਼ਾ ਦੇ ਵਿਦਵਾਨ ਹਨ, ਗਿਆਨੀ ਹਨ, ਉਹ ਦੱਸਦੇ ਹਨ ਵੀ ਇਹ ਤਾਂ ਹਜ਼ਾਰਾਂ ਸਾਲ ਇਹ ਲਿਪੀ ਪੁਰਾਣੀ ਹੈ। ਇਹ ਤਾਂ ਮੁਗਲਾਂ ਦੇ ਇੱਥੇ ਆਉਣ ਤੋਂ, ਮੁਸਲਮਾਨਾਂ ਦੇ ਇੱਥੇ ਆਉਣ ਤੋਂ ਪਹਿਲਾਂ ਕੁਸ਼ਾਨ ਯੁੱਗ 'ਚ ਔਰ ਪਤਾ ਨਹੀਂ ਕਿੱਥੇ ਬਾਕਾਇਦਾ ਤਾਂ USSR 'ਚ ਤਹਿਕੀਕ ਵੀ ਹੋ ਗਈ ਹੈ, ਤਾਸ਼ਕੰਦ ਵਗੈਰਾ 'ਚ। ਇਹ ਲਿਪੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ 1000 ਸਾਲ ਪਹਿਲਾਂ ਦੀ ਪਾਈ ਜਾਂਦੀ ਹੈ ਆਪਣੇ ਸ਼ੁਰੂ ਦੇ ਉਹਦੇ ਵਿੱਚ, ਲੇਕਿਨ ਇਹ ਵੀ ਪ੍ਰਚਲਿਤ ਨਹੀਂ ਹੋਈ ਹੈ। ਪ੍ਰਚਲਿਤ ਸ਼ਾਹਮੁਖੀ ਲਿਪੀ ਹੋਈ, ਤੇ ਇਹ ਲਿਪੀ ਬਾਕਾਇਦਾ ਜਿਹੜੀ ਹੈ ਇਹ 20ਵੀਂ ਸਦੀ ਦੇ ਵਿੱਚ ਬਾਕਾਇਦਾ ਪ੍ਰਚਲਿਤ ਹੋਈ। ਇਹਦਾ ਪ੍ਰਚਾਰ ਪ੍ਰਸਾਰ ਹੋਇਆ, ਇਹਨੂੰ ਅੱਗੇ ਵਧਾਉਣ ਖਾਤਰ ਬਾਕਾਇਦਾ ਮਨਸੂਬਾਬੰਦ ਕੋਸ਼ਿਸ਼ਾਂ ਸ਼ੁਰੂ ਹੋਈਆਂ। ਹੁਣ ਤੇ ਸਾਡਾ ਓੜਨਾ ਵਿਛਾਉਣਾ ਸਾਡਾ ਇਹ ਗੁਰਮੁਖੀ ਲਿਪੀ 'ਚ ਹੀ ਹੈ। ਤੁਸੀਂ ਸਾਰੀ ਗੱਲਬਾਤ ਸੁਣੀ ਹੈ, ਜਿਸ ਤਰੀਕੇ ਨਾਲ ਭਾਸ਼ਾਵਾਂ ਨੂੰ ਲੈ ਕੇ ਗੱਲਬਾਤ ਕੀਤੀ ਜਾਂਦੀ ਹੈ। ਮੈਂ ਜਿਵੇਂ ਤੁਹਾਨੂੰ ਇੱਕ ਕਿਤਾਬ ਦਿਖਾਈ, ਉਸ ਵਿੱਚ 3 ਭਾਸ਼ਾ ਸਨ, ਅਰਬਿਕ, ਉਰਦੂ ਤੇ ਸ਼ਾਹਮੁਖੀ। ਪੜ੍ਹਨਾ ਬਹੁਤ ਔਖਾ ਹੋ ਜਾਂਦਾ ਹੈ, ਕਿਉਂਕਿ ਕਈ ਇਹੋ ਜਿਹੀ ਚੀਜ਼ਾਂ ਹੈਗੀਆਂ ਨੇ ਜੋ ਇੰਗਲਿਸ਼ ਜਾਂ ਹਿੰਦੀ ਵਿੱਚ ਜਾਂ ਪੰਜਾਬੀ 'ਚ ਅਨੁਵਾਦ ਨਹੀਂ ਹੋਏ। ਅੱਜ ਵੀ ਕਿਤਾਬਾਂ ਸ਼ਾਹਮੁਖੀ ਵਿੱਚ ਹੀ ਮੌਜੂਦ ਨੇ। ਕਈ ਵਿਅਕਤੀ ਪੰਜਾਬ ਦੇ ਜੋ ਨੇ ਉਹ ਸ਼ਾਹਮੁਖੀ ਜਾਣਦੇ ਨੇ, ਪੜ੍ਹਦੇ ਨੇ, ਪਰ ਜਿਹੜੀ ਨਵੀਂ ਪੀੜ੍ਹੀ ਹੈ ਉਹ ਸ਼ਾਇਦ ਇੰਗਲਿਸ਼ ਵਾਲੇ ਪਾਸੇ ਜ਼ਿਆਦਾ ਹੈ, ਇੰਗਲਿਸ਼ ਜਾਣਨਾ ਚਾਹੁੰਦੀ ਹੈ, ਇੰਗਲਿਸ਼ 'ਚ ਗੱਲ ਕਰਨਾ ਚਾਹੁੰਦੀ ਹੈ। ਪਰ ਜੇ ਇਤਿਹਾਸ ਨੂੰ ਜਾਣਨਾ, ਇਤਿਹਾਸ ਨੂੰ ਖੋਜਣਾ, ਕਿਤਾਬਾਂ ਪੜ੍ਹ ਕੇ ਪੁਰਾਣੀਆਂ, ਜਿਵੇਂ ਕਹਿੰਦੇ ਵੀ 100 ਸਾਲ ਕੋਈ ਪੁਰਾਣੀ ਕਿਤਾਬ ਹੈ, ਕੋਈ 125 ਸਾਲ ਪੁਰਾਣੀ ਕਿਤਾਬ ਇਹਨਾਂ ਕੋਲ ਮੌਜੂਦ ਹੈ, ਉਹ ਸ਼ਾਹਮੁਖੀ ਵਿੱਚ ਹੀ ਲਿਖੀ ਗਈ ਹੈ। ਜੇ ਤੁਸੀਂ ਇਹਨਾਂ ਨੂੰ ਪੜ੍ਹੋਗੇ ਤੁਹਾਨੂੰ ਇਤਿਹਾਸ ਵੀ ਪਤਾ ਲੱਗੂਗਾ। ਉਹ ਪੁਰਾਣੇ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰੀਏ, ਉਸ ਵੇਲੇ ਵੀ ਅਰਬਿਕ ਤੇ ਸ਼ਾਹਮੁਖੀ ਦੀ ਹੀ ਵਰਤੋਂ ਹੁੰਦੀ ਸੀ। ਤਾਂ ਭਾਸ਼ਾ ਨੂੰ ਲੈ ਕੇ ਕਿਸੇ ਵਿਅਕਤੀ ਦੇ ਪਹਿਰਾਵੇ ਤੇ ਜਾ ਕੇ ਇਹ ਨਹੀਂ ਕਹਿ ਸਕਦੇ ਵੀ ਉਹ ਇੱਕ ਭਾਸ਼ਾ ਦੇ ਨਾਲ ਹੀ ਤਾਲੁਕਾਤ ਰੱਖਦਾ ਹੋਊਗਾ। ਅਲੱਗ-ਅਲੱਗ ਭਾਸ਼ਾਵਾਂ ਨੇ। ਇੱਕ ਮੁਸਲਮਾਨ ਉਹ ਪੰਜਾਬੀ ਵੀ ਜਾਣਦਾ, ਹਿੰਦੀ ਵੀ ਜਾਣਦਾ, ਉਰਦੂ ਵੀ ਜਾਣਦਾ, ਇੰਗਲਿਸ਼ ਵੀ ਜਾਣਦਾ। ਭਾਸ਼ਾ ਜਿਹੜੀ ਹੈਗੀ ਆ ਉਹ ਕਿਸੇ ਦੇ ਪਹਿਰਾਵੇ ਨਾਲ ਨਹੀਂ ਜੋੜਨੀ ਚਾਹੀਦੀ। ਭਾਸ਼ਾ ਹਰ ਇੱਕ ਵਿਅਕਤੀ ਲੈ ਸਕਦਾ, ਉਹਨੂੰ ਯਾਦ ਕਰ ਸਕਦਾ, ਗ੍ਰਹਿਣ ਕਰ ਸਕਦਾ, ਸੋਚ ਸਕਦਾ। ਤਾਂ ਕਿਸੇ ਦੇ ਪਹਿਰਾਵੇ ਉੱਤੇ ਜਾ ਕੇ ਭਾਸ਼ਾ ਨੂੰ ਨਹੀਂ ਜੋੜਨਾ ਚਾਹੀਦਾ, ਚਾਹੇ ਕੋਈ ਵੀ ਹੈ। ਭਾਸ਼ਾ ਸਭ ਲਈ ਇੱਕੋ ਹੀ ਹੈ। ਭਾਸ਼ਾ ਇਹ ਨਹੀਂ ਕਹਿੰਦੀ ਵੀ ਉਹਦੇ ਮੂੰਹ 'ਚ ਜਾ ਕੇ ਨਹੀਂ ਬੋਲਣਾ ਜਾਂ ਮੈਂ ਨਹੀਂ ਬੋਲਣਾ ਚਾਹੁੰਦੀ। ਭਾਸ਼ਾ ਕੋਈ ਵੀ ਗ੍ਰਹਿਣ ਕਰ ਸਕਦਾ। ਸਭ ਤੋਂ ਵੱਡੀ ਗੱਲ ਹੈ ਕਿ ਸਾਨੂੰ ਵੀ ਇਸ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ ਜੇ ਅਸੀਂ ਵੀ ਆਉਣ ਵਾਲੇ ਸਮੇਂ ਵਿੱਚ ਇਤਿਹਾਸ ਖੋਜਣਾ ਚਾਹੁੰਦੇ ਹਾਂ।